ਵਾਹਿਗੁਰੂ ਜੀ। ਧਰ ਜੀ ਰੇ ਇਕ ਟੇਕ ਤੂੰ ਲਾਹੇ ਵਿਡਾਨੀ ਆਸ। ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। मेरी पट्टियाँ लिख देओ श्री गोपाल। 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 श्री गोपाल 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 श्री गोपाल।
पट्टियाँ लिख देओ श्री गोपाल मेरी पट्टियाँ लिख देओ श्री गोपाल मेरी पट्टियाँ लिख देओ श्री गोपाल। नहीं छोड़ो रे बाबा राम राम, नहीं छोड़ो रे बाबा राम राम, नहीं छोड़ो रे बाबा राम राम, छोड़ो रे बाबा राम राम। मेरो और पढ़न स्यो नहीं का, और पढ़न स्यो नहीं का, मेरे और पढ़न स्यो नहीं का, और पढ़न स्यो नहीं का, और पढ़न स्यो नहीं का, और पढ़न स्यो नहीं का। श्री गोपाल 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 श्री गोपाल। पट्टियाँ लिख देओ श्री गोपाल मेरी पट्टियाँ लिख देओ श्री गोपाल मेरी पट्टियाँ लिख देओ श्री गोपाल मेरी पट्टियाँ लिख देओ श्री गोपाल। वाहेगुरु 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 वाहेगुरु। प्रहलाद पठाए प्रहलाद पठाए पढ़न सा। वाहेगुरु संग सका बहुनिए बा। वाहेगुरु मोको कहाँ पड़ा बस आन जा। वाहेगुरु वाहेगुरु मेरी पट्टियाँ लिख देओ श्री गोपाल। नहीं छोड़ो रे बाबा राम मेरो पढ़न स्यो नहीं का। संडे मर के कहो जाए प्रहलाद बुलाए बेगताए। तू राम कहन की छोड़ बा। तुझ तरत छड़ाओ मेरो कहो माँ। मोको कहाँ सुतावो माँ।
ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ,
ਜਤ ਕਤ ਮੋਹਿ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਜਲ ਨਹੀਂ ਡੂਬੈ ਤਸ਼ਕਰ ਨਹੀਂ ਲੇਵੈ, ਪਾਹੀ ਨ ਸਕੈ ਜਾਲੇ। ਸਵਾਸ ਸਵਾਸ ਦੇ ਗੇੜੇ ਜਪੀਏ ਵਾਹਿਗੁਰੂ, ਸਵਾਸ ਸਵਾਸ ਦੇ ਗੇੜੇ ਜਪੀਏ ਵਾਹਿਗੁਰੂ। ਸਵਾਸ ਸਵਾਸ ਦੇ ਗੇੜੇ ਜਪੀਏ ਵਾਹਿਗੁਰੂ, ਸਵਾਸ ਸਵਾਸ ਦੇ ਗੇੜੇ ਜਪੀਏ ਵਾਹਿਗੁਰੂ। ਸਵਾਸ ਸਵਾਸ ਦੇ ਗੇੜੇ ਜਪੀਏ ਵਾਹਿਗੁਰੂ, ਸਵਾਸ ਸਵਾਸ ਦੇ ਗੇੜੇ ਜਪੀਏ ਵਾਹਿਗੁਰੂ। ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ। ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਬੇੜੇ, ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਬੇੜੇ। ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ, ਸਵਾਸ ਸਵਾਸ ਦੇ ਗੇੜੇ। ਸਵਾਸ ਸਵਾਸ ਦੇ ਗੇੜੇ ਜਪੀਏ ਵਾਹਿਗੁਰੂ, ਸਵਾਸ ਸਵਾਸ ਦੇ ਗੇੜੇ ਜਪੀਏ ਵਾਹਿਗੁਰੂ। ਸਵਾਸ ਸਵਾਸ ਦੇ ਗੇੜੇ ਜਪੀਏ ਵਾਹਿਗੁਰੂ, ਸਵਾਸ ਸਵਾਸ ਦੇ ਗੇੜੇ ਜਪੀਏ ਵਾਹਿਗੁਰੂ। ਸਵਾਸ ਸਵਾਸ ਦੇ ਗੇੜੇ ਜਪੀਏ ਵਾਹਿਗੁਰੂ, ਸਵਾਸ ਸਵਾਸ ਦੇ ਗੇੜੇ ਜਪੀਏ ਵਾਹਿਗੁਰੂ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਆ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ। ਉਹਨਾਂ ਨੇ ਪਰਸੋਂ ਰੋਜ਼ ਤੋਂ ਲੈ ਕਰਕੇ ਸਤਿਗੁਰੂ ਜੀ ਦੇ ਚਰਨਾਂ ਦਾ ਓਟਾ ਆਸਰਾ ਤੱਕਦਿਆਂ ਹੋਇਆਂ ਆਪਣੇ ਗ੍ਰਹਿ ਵਿਖੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਹਿਬ ਆਰੰਭ ਕਰਵਾਏ। ਸੂਜੀਨਾ ਦੇ ਅੰਮ੍ਰਿਤ ਵੇਲੇ ਭੋਗ ਪੈ ਚੁੱਕੇ ਨੇ। ਇਸ ਵੇਲੇ ਆਪਾਂ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਸਾਰੇ ਰਲ ਮਿਲ ਕੇ ਕੀਰਤਨ ਦੀ ਹਾਜ਼ਰੀ ਭਰ ਰਹੇ ਹਾਂ। ਸੋ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ। ਆਪਾਂ ਨੂੰ ਸਾਰਿਆਂ ਨੂੰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਪਣੀ ਗੋਦ ਅੰਦਰ ਬੈਠਣ ਦਾ ਸਮਾਂ ਬਖਸ਼ਿਆ। ਸੋ ਥੋੜਾ ਸਮਾਂ ਆਪਾਂ ਹਾਜ਼ਰੀ ਭਰਦੇ ਹਾਂ। ਸਤਿਗੁਰੂ ਜੀ ਨੇ ਕਹਿੰਦੇ ਭਾਗਾਂ ਦੇ ਬਿਨਾਂ ਪਿਆਰਿਆ ਸੰਗਤ ਨਹੀਂ ਮਿਲਦੀ, ਸੰਗਤ ਦੇ ਵਿੱਚ ਆਇਆ ਨਹੀਂ ਜਾਂਦਾ। ਬਿਨ ਸੰਗਤ ਮੈਲ ਭਰੀਜੈ ਜੀਓ। ਗੁਰੂ ਦੀ ਸੰਗਤ ਤੋਂ ਬਿਨਾਂ ਬੰਦੇ ਨੂੰ ਕੋਈ ਗਿਆਨ ਨਹੀਂ ਹੁੰਦਾ। ਥਾਂ ਥਾਂ ਤੇ ਕਦੇ ਕਿਤੇ ਧੱਕੇ ਖਾਂਦਾ ਫਿਰਦਾ ਰਹਿੰਦਾ। ਹਰ ਵੇਲੇ ਪਾਪ ਰੱਖਣਾ ਮਨ ਦੇ ਵਿੱਚ, ਕਿਸੇ ਨੂੰ ਵੇਖ ਕੇ ਨਹੀਂ ਜਰਨਾ। ਆਪਣਾ ਆਪਣਾ ਦੀਂਦਾ, ਕੋਈ ਦੀਂਦਾ ਹੀ ਨਹੀਂ, ਹੋਰ ਆਪਣਾ ਆਪ ਹੀ ਦੀਂਦਾ। ਅੱਗੇ ਵੀ ਕਈ ਵਾਰ ਗੱਲ ਕਰਦੇ, ਮਹਾਰਾਜ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਰੋਜ਼ ਕਹਿੰਦੇ ਨੇ ਭਰੀਏ ਹੱਥ ਪੈਰ ਤਨ ਦੇ, ਪਾਣੀ ਧੁੱਤੈ ਉਤਰ ਸਕੇ। ਹੱਥਾਂ ਪੈਰਾਂ ਨੂੰ ਲਿਬੜ ਗਏ, ਪਾਣੀ ਨਾਲ ਸਾਫ਼ ਹੋ ਜਾਂਦਾ ਹੈ। ਅੱਗੇ ਕਹਿੰਦੇ ਨੇ ਮਹਾਰਾਜ ਮੂਤ ਬਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਧੋਏ। ਕੱਪੜਿਆਂ ਨੂੰ ਗੰਦਗੀ ਲੱਗ ਗਈ, ਸਾਬਣ ਨਾਲ ਧੁੱਪ ਜਾਂਦੀ ਹੈ। ਮਹਾਰਾਜ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ, ਉਹ ਧੁੱਪੈ ਨਾ ਜਾਏ। ਉਹ ਗੁਰਬਾਣੀ ਦੇ ਰੰਗ ਨਾਲ, ਨਾਮ ਦੇ ਰੰਗ ਨਾਲ ਇਹ ਮੈਲ ਮਨ ਦੀ ਕੱਟੀ ਜਾਂਦੀ ਹੈ। ਜਦੋਂ ਮਹਾਰਾਜ ਕਹਿੰਦੇ ਨੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ। ਜਦੋਂ ਬੰਦੇ ਨੇ ਇੱਕ ਗੱਲ ਪੱਲੇ ਬੰਨ੍ਹ ਲਈ ਵੀ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ, ਹਰ ਥਾਂ ਤੇ ਉਹ ਵਸਦਾ ਹੈ, ਉਹ ਤੋਂ ਬਿਨਾਂ ਇੱਥੇ ਕੋਈ ਨਹੀਂ, ਸਾਰਿਆਂ ਦੇ ਵਿੱਚ ਰੱਬ ਵਸਦਾ ਹੈ। ਜਿੱਦਣ ਸਮਝ ਗਿਆ ਬੰਦਾ, ਫਿਰ ਨਾ ਤੇ ਕਿਸੇ ਨਾਲ ਲੜੇਗਾ, ਨਾ
ਕਿਸੇ ਨੂੰ ਮਾੜਾ ਬੋਲੇਗਾ ਫਿਰ ਤੇ ਹੱਸਦਾ ਰਹੇਗਾ ਸਾਰੀ ਜ਼ਿੰਦਗੀ। ਜ਼ਿੰਦਗੀ ਦੇ ਵਿੱਚ ਹਾਸਾ ਰਹੇਗਾ, ਖੁਸ਼-ਖੁਸ਼ ਰਹੇਗਾ। ਸੋ ਆਪਾਂ ਵਿਸਾਖੀ ਦਾ ਦਿਹਾੜਾ ਜੋ ਕੱਲ ਲੰਘ ਕੇ ਗਿਆ ਹੈ, ਸੋ ਖਾਲਸੇ ਦਾ ਸਾਜਨਾ ਦਿਵਸ ਹੈ ਜੋ ਕੱਲ ਲੰਘਿਆ ਹੈ। ਖਾਲਸੇ ਦਾ ਜਨਮ ਹੋਇਆ ਉਸ ਦਿਨ 14 ਅਪ੍ਰੈਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਸਜਾਇਆ ਹੈ। ਉਸ ਵੇਲੇ ਬੜੇ ਲੋਕ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦੇ ਨੇ, ਮਹਾਰਾਜ ਨੂੰ ਬੜੀਆਂ ਭੇਟਾਵਾਂ ਸਾਰਾ ਕੁਝ ਲੈ ਕੇ ਜਾਂਦੇ ਨੇ। ਕਈ ਲੋਕ ਵਿੱਚ ਪੈਸਾ ਇਕੱਠਾ, ਦਸਵੰਧ ਇਕੱਠਾ ਕਰਨਾ, ਆਪ ਖਾ ਜਾਣਾ, ਥੋੜਾ ਉੱਥੇ ਜਾਣਾ। ਮਹਾਰਾਜ ਜੀ ਕਹਿੰਦੇ ਸਿੰਘੋ ਆਪ ਲੈ ਕੇ ਆਇਆ ਕਰੋ ਜੋ ਲੈ ਕੇ ਆਉਣਾ ਹੈ। ਮਹਾਰਾਜ ਕੋਲ ਸੰਗਤਾਂ ਆਪਣਾ ਦਸਵੰਧ ਸਾਰਾ ਕੁਝ ਦੇ ਕੇ ਜਾਣਾ। ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਆ। ਫਿਰ ਮੁਗਲ ਰਾਜ ਸੰਗਤਾਂ ਨੂੰ ਰਸਤੇ ਵਿੱਚ ਲੁੱਟਦੇ ਆ। ਫਿਰ ਸੰਗਤਾਂ ਨੇ ਸ਼ਸਤਰ ਵੀ ਰੱਖਣੇ ਸ਼ੁਰੂ ਕੀਤੇ ਨਾਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਇੱਕ ਦਿਨ ਮਿਥਿਆ 14 ਅਪ੍ਰੈਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਕਹਿੰਦੇ ਕਮਰੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਿ ਗਏ ਕੁੰਡਾ ਲਾ ਕੇ। ਮਹਾਰਾਜ ਨੇ ਕਿਹਾ ਭਾਈ ਮੈਨੂੰ ਕਿਸੇ ਨੇ ਬੁਲਾਉਣਾ ਨਹੀਂ, ਮੈਂ ਆਪੇ ਬਾਹਰ ਆ ਜਾਣਾ। ਕਹਿੰਦੇ ਕਈ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਮਰੇ ਦੇ ਵਿੱਚ ਬੰਦ ਰਹੇ। ਸਿੰਘ ਕਹਿੰਦੇ ਨੇ ਮਹਾਰਾਜ ਬਾਹਰ ਨਹੀਂ ਆਉਂਦੇ। ਮਾਤਾ ਜੀ ਨੂੰ ਕਹਿੰਦੇ ਮਾਤਾ ਜੀ ਤੁਸੀਂ ਆਵਾਜ਼ ਮਾਰੋ, ਕੀ ਪਤਾ ਆ ਜਾਣ, ਕਈ ਦਿਨ ਹੋ ਗਏ ਅੰਦਰੋਂ ਨਹੀਂ ਨਿਕਲਦੇ। ਮਾਤਾ ਗੁਜਰ ਕੌਰ ਜੀ ਨੇ ਆਵਾਜ਼ ਮਾਰੀ ਜਾ ਕੇ, ਲਾਲ ਜੀ ਗੇਟ ਤੇ ਖੋਲੋ। ਮਾਤਾ ਗੁਜਰ ਕੌਰ ਦੀਆਂ ਦੀ ਆਵਾਜ਼ ਸੁਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਗੇਟ ਖੋਲ੍ਹਿਆ ਨਾ, ਕਹਿੰਦੇ ਅੰਦਰ ਲਿਖੇ ਹੋਏ ਕਾਗਜ਼ਾਂ ਦੇ ਢੇਰ ਕਮਰੇ ਦੇ ਵਿੱਚ ਲੱਗੇ ਪਏ। ਮਹਾਰਾਜ ਨੇ ਚਿੱਠੀਆਂ ਸੰਗਤਾਂ ਵਾਸਤੇ ਲਿਖੀਆਂ, ਸੱਦਾ ਪੱਤਰ ਲਿਖਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੱਦਣ ਦਾ। ਮਾਤਾ ਗੁਜਰ ਕੌਰ ਜੀ ਕਹਿੰਦੇ ਨੇ ਲਾਲ ਜੀ ਇਹ ਕੀ ਹੈ? ਮਹਾਰਾਜ ਕਹਿੰਦੇ ਐਸਾ ਖਾਲਸਾ ਪੰਥ ਸਜਾਉਣਾ ਹੈ, ਉਹਦੇ ਵਾਸਤੇ ਲਿਖਿਆ ਜਿਹੜਾ ਲੱਖਾਂ ਵਿੱਚੋਂ ਖੜਾ ਵੱਖਰਾ ਨਜ਼ਰ ਆਵੇਗਾ। ਮਹਾਰਾਜ ਕਹਿੰਦੇ ਨੇ ਉਹ ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਲੱਖਾਂ ਵਿੱਚੋਂ ਦਿਸੇਗਾ ਨਿਆਰਾ। ਐਸਾ ਮੈਂ ਸਜਾਉਣਾ ਖਾਲਸਾ, ਐਸਾ ਮੈਂ ਸਜਾਉਣਾ ਖਾਲਸਾ, ਐਸਾ ਮੈਂ ਸਜਾਉਣਾ ਖਾਲਸਾ। ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ। ਐਸਾ ਮੈਂ ਸਜਾਉਣਾ ਖਾਲਸਾ, ਐਸਾ ਮੈਂ ਸਜਾਉਣਾ ਖਾਲਸਾ, ਐਸਾ ਮੈਂ ਸਜਾਉਣਾ ਖਾਲਸਾ। ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ। ਐਸਾ ਮੈਂ ਸਜਾਉਣਾ ਖਾਲਸਾ, ਐਸਾ ਮੈਂ ਸਜਾਉਣਾ ਖਾਲਸਾ, ਐਸਾ ਮੈਂ ਸਜਾਉਣਾ ਖਾਲਸਾ। ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਲੱਖਾਂ ਵਿੱਚੋਂ ਦਿਸੇਗਾ ਨਿਆਰਾ। ਐਸਾ ਮੈਂ ਸਜਾਉਣਾ ਖਾਲਸਾ, ਐਸਾ ਮੈਂ ਸਜਾਉਣਾ ਖਾਲਸਾ, ਐਸਾ ਮੈਂ ਸਜਾਉਣਾ ਖਾਲਸਾ। ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ। ਐਸਾ ਮੈਂ ਸਜਾਉਣਾ ਖਾਲਸਾ, ਐਸਾ ਮੈਂ ਸਜਾਉਣਾ ਖਾਲਸਾ, ਐਸਾ ਮੈਂ ਸਜਾਉਣਾ ਖਾਲਸਾ। ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ, ਜਿਹੜਾ ਲੱਖਾਂ ਵਿੱਚੋਂ ਦਿਸੇਗਾ ਨਿਆਰਾ। ਐਸਾ ਮੈਂ ਸਜਾਉਣਾ ਖਾਲਸਾ, ਐਸਾ ਮੈਂ ਸਜਾਉਣਾ ਖਾਲਸਾ,
ਐਸਾ ਮੈਂ ਸਜਾਉਣਾ ਖਾਲਸਾ। ਮਹਾਰਾਜ ਕਹਿੰਦੇ ਲੱਖਾਂ ਵਿੱਚੋਂ ਖੜਾ ਵੱਖਰਾ ਦਿਸੇਗਾ ਐਸਾ ਖਾਲਸਾ, ਪੰਥ ਸਜਾਉਣਾ ਹੈ। ਮਹਾਰਾਜ ਨੇ ਚਿੱਠੀਆਂ ਭੇਜੀਆਂ ਸਾਰੇ ਇਲਾਕਿਆਂ ਦੇ ਵਿੱਚ, ਆਨੰਦਪੁਰ ਸਾਹਿਬ ਦੀ ਧਰਤੀ ਤੋਂ ਬੜੇ ਵੱਡੇ ਪੰਡਾਲ ਲਾਏ। ਸਮਾਂ ਆਇਆ, ਸਮਾਂ ਨੇੜੇ ਆਇਆ ਦਿਨ ਦਾ। ਬੜੀਆਂ ਸੰਗਤਾਂ ਦੂਰ ਦੁਰਾਡਿਓਂ ਚੱਲ ਚੱਲ ਕੇ ਆਉਂਦੀਆਂ। ਜਿਹੜੇ ਰਾਹ ਰੱਖੇ ਨੇ ਅੰਦਰ ਜਾਣ ਵਾਸਤੇ, ਉਹਨਾਂ ਦੇ ਸ਼ਬਦ ਲਿਖੇ ਹੋਏ ਅੱਜ ਵੀ ਲਿਖੇ ਹੁੰਦੇ ਆ ਨਾ। ਜਦੋਂ ਕੋਈ ਗੇਟ ਲਾਉਨੇ ਆ, ਕੋਈ ਪ੍ਰੋਗਰਾਮ ਕਰਦੇ ਆ, ਬਾਹਰ ਲਿਖ ਦਿੰਦੇ ਆ ਜੀ ਆਇਆਂ, ਜਾਂ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ। ਜਿਹੜੇ ਮੇਨ ਗੇਟ ਰੱਖੇ ਨੇ ਉਹਨਾਂ ਦੇ ਸ਼ਬਦ ਲਿਖੇ ਨੇ। ਮਹਾਰਾਜ ਕਹਿੰਦੇ ਜਾਓ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇ ਜਾਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਮਹਾਰਾਜ ਕਹਿੰਦੇ ਸੂਰਾ ਸੋ ਪਹਿਚਾਨੀਆਂ, ਜੋ ਲੜੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛਾੜੈ ਹੇਤ। ਇਦਾਂ ਦੇ ਸ਼ਬਦ ਲਿਖੇ ਨੇ। ਸੰਗਤਾਂ ਵੇਖ ਕੇ ਹੈਰਾਨ ਨੇ ਵੀ ਇਦਾਂ ਦੇ ਸ਼ਬਦ ਮਹਾਰਾਜ ਨੇ ਕਿਉਂ ਲਿਖੇ। ਇੰਨਾ ਇਕੱਠ ਸੰਗਤ ਦਾ ਕੋਈ ਤੇ ਵਜ੍ਹਾ ਤੇ ਨਹੀਂ। ਆਪਸ ਦੇ ਵਿੱਚ ਲੋਕੀ ਗੱਲਾਂ ਕਰਦੇ, ਸੰਗਤਾਂ ਸਜੀਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਡੀਕਦੀ ਹੈ ਸੰਗਤ। ਮਹਾਰਾਜ ਦੇ ਆਉਣ ਦਾ ਸਮਾਂ ਆਇਆ। ਮਹਾਰਾਜ ਤਿਆਰ ਬਰ ਤਿਆਰ। ਗੁਰੂ ਗੋਬਿੰਦ ਸਿੰਘ ਆਏ ਜਦੋਂ ਨਾ ਮਹਾਰਾਜ ਸਟੇਜ ਤੇ। ਗੁਰੂ ਗੋਬਿੰਦ ਸਿੰਘ ਆਏ, ਚਮਕਾਰੇ ਪੈਂਦੇ ਚੱਕਰਾਂ ਦੇ। ਗੁਰੂ ਗੋਬਿੰਦ ਸਿੰਘ ਆਏ, ਚਮਕਾਰੇ ਪੈਂਦੇ ਚੱਕਰਾਂ ਦੇ। ਗੋਬਿੰਦ ਸਿੰਘ ਜੀ ਆਏ, ਚਮਕਾਰੇ ਪੈਂਦੇ ਚੱਕਰਾਂ ਦੇ। ਗੁਰੂ ਗੋਬਿੰਦ ਸਿੰਘ ਆਏ, ਚਮਕਾਰੇ ਪੈਂਦੇ ਚੱਕਰਾਂ ਦੇ। ਗੋਬਿੰਦ ਸਿੰਘ ਆਏ, ਚਮਕਾਰੇ ਪੈਂਦੇ ਚੱਕਰਾਂ ਦੇ। ਗੁਰੂ ਗੋਬਿੰਦ ਸਿੰਘ ਆਏ, ਚਮਕਾਰੇ ਪੈਂਦੇ ਚੱਕਰਾਂ ਦੇ। ਕਲਗੀਆਂ ਵਾਲੇ ਆਏ, ਲਿਸ਼ਕਾਰੇ ਪੈਂਦੇ ਚੱਕਰਾਂ ਦੇ। ਗੁਰੂ ਗੋਬਿੰਦ ਸਿੰਘ 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 ਆਏ, ਲਿਸ਼ਕਾਰੇ ਪੈਂਦੇ ਚੱਕਰਾਂ ਦੇ। ਕਲਗੀਆਂ ਵਾਲੇ 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 ਆਏ, ਬਾਜਾਂ ਵਾਲੇ ਆਏ। 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 ਉਹ ਕਲਗੀਆਂ ਵਾਲੇ ਆਏ,
ਚਮਕਾਰੇ ਪੈਂਦੇ ਚਕਰਾਂ ਦੇ ਬਾਜਾਂ ਵਾਲੇ ਆਏ ਲਸ਼ਕਾਰੇ ਪੈਂਦੇ ਚਕਰਾਂ ਦੇ ਬਾਜਾਂ ਵਾਲੇ ਆਏ ਲਸ਼ਕਾਰੇ ਪੈਂਦੇ ਚਕਰਾਂ ਦੇ ਪਲਕੀਆਂ ਵਾਲੇ ਆਏ ਲਸ਼ਕਾਰੇ ਪੈਂਦੇ ਚਕਰਾਂ ਦੇ ਬਾਜਾਂ ਵਾਲੇ ਆਏ ਲਸ਼ਕਾਰੇ ਪੈਂਦੇ ਚਕਰਾਂ ਦੇ ਪਲਕੀਆਂ ਵਾਲੇ ਆਏ ਲਸ਼ਕਾਰੇ ਪੈਂਦੇ ਚਕਰਾਂ ਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਟੇਜ ਤੇ ਪਹੁੰਚੇ ਆ ਤਿਆਰ ਬਰ ਤਿਆਰ ਵੇਖਦੇ ਆ ਮਹਾਰਾਜ ਕੰਨੀ ਲੋਕ ਤੱਕਦੇ ਨੇ ਉਹਦਾ ਤੇਜ ਝੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਰਖੇ। ਉਹ ਆਪ ਰੱਬ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਖੜੇ ਲੋਕ ਵੇਖਦੇ ਆ ਕਹਿੰਦੇ ਲੱਖਾਂ ਦਾ ਇਕੱਠ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੈ। ਕਹਿੰਦੇ ਮਹਾਰਾਜ ਦੇ ਹੱਥ ਦੇ ਵਿੱਚ ਤਲਵਾਰ ਫੜੀ ਹੈ ਲਿਸ਼ਕਾਂ ਮਾਰਦੀ ਹੈ। ਮਹਾਰਾਜ ਨੇ ਫਤਿਹ ਬੁਲਾਈ। ਮਹਾਰਾਜ ਨੇ ਕਿਹਾ ਵੀ ਇੱਕ ਮੈਨੂੰ ਸੀਸ ਦੀ ਲੋੜ ਹੈ, ਇੱਕ ਸਿਰ ਦੀ ਲੋੜ ਹੈ। ਖੜੇ ਵੇਖੀ ਜਾਂਦੇ ਨੇ ਵੀ ਮਹਾਰਾਜ ਨੇ ਇਹ ਕੀ ਗੱਲ ਕਹਿਤੀ, ਲੋਕ ਵੇਖਦੇ ਵੀ ਸੀਸ ਮੰਗਦੇ ਸਾਰੇ ਨੀਵੀਆਂ ਪਾ ਕੇ ਬਹਿ ਗਏ। ਥੋੜਾ ਜਿਹਾ ਸਮਾਂ ਡੀਕੀ ਗਏ। ਭਾਈ ਦਇਆ ਸਿੰਘ ਜੀ ਉੱਠ ਕੇ ਆਏ। ਮਹਾਰਾਜ ਜੀ ਮੇਰਾ ਸੀਸ ਹਾਜ਼ਰ ਹੈ। ਮਾਫੀ ਮੰਗਦੇ ਆ ਮਹਾਰਾਜ, ਥੋੜਾ ਲੇਟ ਹੋ ਗਏ ਉੱਠਣ ਚ, ਮੇਰਾ ਸੀਸ ਹਾਜ਼ਰ ਹੈ। ਮਹਾਰਾਜ ਤੰਬੂ ਦੇ ਵਿੱਚ ਲੈ ਗਏ। ਫੇਰ ਆ ਕੇ ਕਹਿੰਦੇ ਮਹਾਰਾਜ ਖੂਨ ਨਾਲ ਲਿਬੜੀ ਤਲਵਾਰ ਲੈ ਕੇ ਸਟੇਜ ਤੇ ਆਏ, ਅੱਧੇ ਤੇ ਉੱਠ ਕੇ ਤੁਰ ਪਏ। ਮਹਾਰਾਜ ਕਹਿੰਦੇ ਇੱਕ ਹੋਰ ਚਾਹੀਦਾ। ਭਾਈ ਧਰਮ ਸਿੰਘ ਜੀ ਇੱਕ ਸੀਸ ਹੋਰ ਚਾਹੀਦਾ। ਫੇਰ ਸੋਚਦੇ ਆ। ਭਾਈ ਧਰਮ ਸਿੰਘ ਜੀ ਉੱਠ ਕੇ ਆਏ। ਮੇਰਾ ਸੀਸ ਮਹਾਰਾਜ ਹਾਜ਼ਰ ਹੈ। ਉਸ ਤੋਂ ਬਾਅਦ ਫੇਰ ਮਹਾਰਾਜ ਆਏ। ਸੰਗਤ ਘਟਦੀ ਗਈ, ਉੱਠ ਉੱਠ ਜਾਈ ਗਏ ਤੇ ਕਹਿੰਦੇ ਮਹਾਰਾਜ ਤੇ ਵੱਢਣੀ ਲੱਗ ਗਏ ਤੇ ਸਾਰਿਆਂ ਨੂੰ ਵੱਢ ਦੇਣਗੇ। ਮਹਾਰਾਜ ਨੇ ਇਹ ਨਹੀਂ ਕਿਹਾ ਵੀ 5 ਚਾਹੀਦੇ ਆ। ਤੀਜੀ ਵਾਰ ਆ ਕੇ ਕਿਹਾ। ਭਾਈ ਹਿੰਮਤ ਸਿੰਘ ਜੀ ਆਏ। ਚੌਥੀ ਵਾਰ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਥੋੜੇ ਬੜੇ ਰਹਿ ਗਏ। ਲੁਕ ਗਏ ਕਈ ਤੇ ਜਾ ਕੇ। ਜਦੋਂ ਮਹਾਰਾਜ ਨੇ ਫਿਰ ਕਹਿਤਾ ਵੀ ਬਸ ਹੁਣ ਨਹੀਂ ਲੋੜ ਕਿਸੇ ਦੀ, ਫਿਰ ਕਹਿੰਦੇ ਝਾੜੀਆਂ ਚੋਂ ਨਿਕਲ ਗਏ ਬੜੇ ਲੋਕ ਨਿਕਲ ਕੇ ਫੇਰ ਆ ਗਏ ਵੀ ਹੁਣ ਤੇ ਬਸ ਮੁੱਕ ਗਿਆ ਕੰਮ। 5 ਪਿਆਰੇ ਨੇ ਸੀਸ ਦਿੱਤੇ ਤਾਂ ਅੰਮ੍ਰਿਤ, ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ, ਅੰਮ੍ਰਿਤ ਛਕਾਇਆ ਪੰਜਾਂ ਤੇ। ਪਰ ਅੱਜ ਸਾਡੇ ਤਾਂ ਕੋਈ ਸਿਰ ਨਹੀਂ ਮੰਗਦਾ, ਕੋਈ ਸਾਨੂੰ ਚਰਖੜੀਆਂ ਤੇ ਨਹੀਂ ਚਾੜਦਾ, ਕੋਈ ਸਾਡੇ ਬੰਦ ਨਹੀਂ ਕੱਢਦਾ। ਪਿਆਰਿਓ ਅੱਜ ਸਾਡੇ ਇੰਨੇ ਮਾੜੇ ਕਰਮ ਨੇ, ਇੰਨੇ ਅਸੀਂ ਕਿਰਤ ਘਣ ਹੋਏ ਫਿਰਦੇ ਆ ਕਿ ਅੱਜ ਅਸੀਂ ਹੰਡੇ ਵੱਟ ਦਾ ਅੰਮ੍ਰਿਤ ਨਹੀਂ ਛਕ ਸਕਦੇ। ਕਲਗੀਧਰ ਪਾਤਸ਼ਾਹ ਨੇ ਸਾਰਾ ਸਰਵੰਸ ਸਾਡੇ ਤੋਂ ਵਾਰਤਾ, ਪਰ ਅੱਜ ਅਸੀਂ ਦਿਨ ਮਨਾਉਨੇ ਆ, ਜਨਮ ਦਿਹਾੜੇ ਮਨਾਉਨੇ ਆ ਉਹਨਾਂ ਦੇ, ਪਰ ਉਹਨਾਂ ਨਹੀਂ ਮੰਨਦਾ ਕੌਣ? ਕੋਈ ਵੀ। ਥੋੜੇ ਆ ਜਿਹੜੇ ਮੰਨਦੇ ਆ। ਫਿਰ ਮਹਾਰਾਜ ਨੇ ਆਪ ਪੰਜਾਂ ਨੂੰ ਕਿਹਾ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਸਤਿਗੁਰੂ ਜੀ ਨੂੰ ਕਹਿੰਦੇ
ਮਹਾਰਾਜ ਤੁਸੀਂ ਸਾਡੇ ਤੋਂ ਵੱਡੇ ਹੋ ਸਤਿਗੁਰੂ, ਅਸੀਂ ਕਿਵੇਂ? ਮਹਾਰਾਜ ਕਹਿੰਦੇ ਇਹ ਸਿੱਖ ਪੰਥ ਪੰਜਾਂ ਦਾ ਕਦੇ ਹੁਕਮ ਨਹੀਂ ਮੋੜਦਾ, ਅੱਜ ਤੋਂ ਬਾਅਦ ਮੋੜੇਗਾ। ਜੋ ਪੰਜਾਂ ਨੇ ਕਹਿਤਾ ਉਹੀ ਹੋਣਾ। ਮੈਂ ਇੱਕ ਨਿਮਾਣਾ ਸਿੱਖ ਹਾਂ, ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਅੰਮ੍ਰਿਤ ਛਕਿਆ, ਪਰ ਅੱਜ ਅਸੀਂ ਕਹਿੰਦੇ ਹਾਂ ਸਾਡਾ ਸਰ ਜਾਣਾ, ਮਨ ਸਾਫ਼ ਹੈ। ਕੀ ਗੱਲ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਨ ਨਹੀਂ ਸਾਫ਼? ਉਹਨਾਂ ਦਾ ਮਨ ਨਹੀਂ ਸੀ ਸਾਫ਼, ਉਹਨਾਂ ਨੇ ਵੀ ਛਕਿਆ ਪਿਆਰਿਓ। ਬੜੀ ਔਖੀ ਹੈ ਸਿੱਖੀ ਨਿਭਾਉਣੀ, ਸਿੱਖੀ ਦੇ ਰਾਹ ਤੇ ਚੱਲਣਾ। ਸ਼੍ਰੀ ਸਾਹਿਬ ਤੇ ਅਸੀਂ ਪਾ ਲੈਂਦੇ ਹਾਂ, ਕੇਸ ਵੀ ਰੱਖ ਲੈਂਦੇ ਹਾਂ, ਪਰ ਇਹ ਰਾਹ ਤੇ ਤੁਰਨਾ ਹੀ ਬੜਾ ਔਖਾ ਹੈ। ਮਨ ਮਾਰਨਾ ਪੈਂਦਾ। ਮਹਾਰਾਜ ਕਹਿੰਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਨ ਚੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਮਹਾਰਾਜ ਕਹਿੰਦੇ ਜਿਹੜਾ ਅੰਦਰੋਂ ਸੇਵਾ ਕਰਦਾ ਹੈ, ਮਹਾਰਾਜ ਉਹਦੀ ਫਿਰ ਜਾਤ ਪਾਤ ਨਹੀਂ ਵੇਖਦੇ। ਇਹ ਸਾਡੀਆਂ ਬਣਾਈਆਂ ਜਾਤਾਂ ਪਾਤਾਂ ਨੇ, ਮਹਾਰਾਜ ਨਹੀਂ ਵੇਖਦੇ। ਮਹਾਰਾਜ ਦੇ ਕਹਿੰਦੇ ਨੇ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਮੰਦੇ। ਇਹ ਤੇ ਲੋਕਾਂ ਦੀਆਂ ਬਣਾਈਆਂ ਜਾਤਾਂ ਪਾਤਾਂ ਨੇ। ਗੁਰੂ ਘਰ ਦੇ ਵਿੱਚ ਥਾਂ ਨਹੀਂ ਇਹਨਾਂ ਚੀਜ਼ਾਂ ਦੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਵੇਲੇ ਭਾਈ ਲਾਲੋ ਜੀ ਹੋਏ ਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਉਦਾਸੀਆਂ ਤੇ ਨਿਕਲਦੇ ਆ, ਪ੍ਰਚਾਰ ਫੇਰੀਆਂ ਤੇ ਤੁਰਦੇ ਆ ਘਰੋਂ, ਨਾਲ ਭਾਈ ਮਰਦਾਨਾ ਜੀ, ਮਹਾਰਾਜ ਭਾਈ ਲਾਲੋ ਜੀ ਕੋਲ ਪਹੁੰਚਦੇ ਆ। ਉਹ ਸ਼ਹਿਰ ਦੇ ਵਿੱਚ ਆਪਣਾ ਲੱਕੜੀ ਦਾ ਕੰਮ ਕਰਦੇ ਆ, ਦਰਖਾਣ ਨੇ। ਜਦੋਂ ਕੋਈ ਸ਼ਹਿਰ ਦੇ ਵਿੱਚ ਕੋਈ ਸਾਧੂ ਸੰਤ ਮਹਾਤਮਾ ਕੋਈ ਆਉਂਦਾ ਹੈ, ਉਹਦੀ ਬੜੀ ਸੇਵਾ ਭਾਈ ਲਾਲੋ ਜੀ ਕਰਦੇ ਆ। ਭੱਜ ਭੱਜ ਕੇ ਸੇਵਾ ਆਪਣੇ ਘਰ ਲੈ ਕੇ ਜਾਂਦੇ ਆ, ਸੇਵਾ ਕਰਦੇ ਆ, ਲੰਗਰ ਪ੍ਰਸ਼ਾਦਾ ਛਕਾਉਂਦੇ ਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਕੋਲ ਗਏ, ਮਹਾਰਾਜ ਨੂੰ ਨਮਸਕਾਰ ਕੀਤੀ ਭਾਈ ਲਾਲੋ ਜੀ। ਨਮਸਕਾਰ ਕੀਤੀ ਮਹਾਰਾਜ ਨੂੰ ਘਰ ਲੈ ਗਏ ਆਪਣੇ। ਜਿੱਦਾਂ ਦਾ ਘਰ ਦੇ ਵਿੱਚ ਪ੍ਰਸ਼ਾਦਾ ਹੈ, ਜਿੱਦਾਂ ਦਾ ਵੀ ਸੇਵਾ ਕਰਦੇ ਆ, ਮਹਾਰਾਜ ਨੂੰ ਪ੍ਰਸ਼ਾਦਾ ਛਕਾਇਆ। ਉਸ ਵੇਲੇ ਦੇ ਲੋਕ ਬੜੇ ਉੱਚੀਆਂ ਜਾਤਾਂ ਵਾਲੇ ਹਿੰਦੂ ਲੋਕ ਨੇ ਜਿਹੜੇ, ਉਹ ਨੀਵੀਂ ਜਾਤ ਦਾ ਸ਼ੂਦਰ ਸਮਝਦੇ ਆ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਨੂੰ ਛੱਡ ਕੇ ਬੜੇ ਬੜੇ ਲੋਕਾਂ ਨੂੰ ਛੱਡ ਕੇ ਮਹਾਰਾਜ ਉਹ ਗਰੀਬ ਦੇ ਘਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਗਏ। ਉਸ ਵੇਲੇ ਦੇ ਲੋਕ ਬੜੀਆਂ ਗੱਲਾਂ ਕਰਦੇ ਐ। ਇਹ ਉੱਚੀ ਜਾਤਾਂ ਦੇ ਹੋ ਕੇ ਨੀਵਿਆਂ ਦੇ ਘਰੇ, ਸ਼ੂਦਰਾਂ ਦੇ ਘਰੇ ਜਾ ਕੇ ਜਲ ਪਾਣੀ ਪ੍ਰਸ਼ਾਦਾ ਛਕਦੇ ਰਹਿੰਦੇ ਨੇ ਜਾ ਕੇ। ਮਹਾਰਾਜ ਨੂੰ ਬੜਿਆਂ ਨੇ ਕਿਹਾ। ਅੱਜ ਵੀ ਇਹ ਸਾਡੀ ਸਾਰੀ ਜ਼ਿੰਦਗੀ ਪਿਆਰਿਓ ਇਹਨਾਂ ਚੀਜ਼ਾਂ ਦੇ ਵਿੱਚ ਹੀ ਲੰਘ ਜਾਂਦੀ ਹੈ। ਪਤਾ ਨਹੀਂ, ਇਹ ਭੁੱਲ ਜਾਂਦੇ ਅੱਜ ਤੇ ਪਤਾ ਨਹੀਂ ਭਾਈ ਸਮਾਂ ਕਿਹੜਾ ਅਜੇ ਤੇ ਬੈਠਾ, ਕਿਨੇ 2 ਮਿੰਟ ਬਾਅਦ, ਘੰਟੇ ਬਾਅਦ ਹੋਣਾ ਜਾਂ ਨਹੀਂ ਹੋਣਾ, ਕੋਈ ਨਹੀਂ ਪਤਾ। ਬਾਅਦ ਵਿੱਚ ਤੇ ਪਛਤਾਵਾ ਹੀ ਰਹਿ ਜਾਂਦਾ, ਫਿਰ ਸਾਡੇ ਪੱਲੇ ਨਹੀਂ ਰਹਿੰਦਾ ਕੱਖ ਵੀ। ਪਹਿਲਾਂ ਤੇ ਬੜੇ ਲੜਦੇ ਫਿਰਦੇ। ਮਹਾਰਾਜ ਹਰੇਕ ਬੰਦਾ ਕਹਿੰਦਾ ਮੈਨੂੰ ਰੱਬ ਮਿਲ ਜੇ। ਉਹ ਕੋਈ ਕਹਿੰਦਾ ਉੱਚੀਆਂ ਜਾਤਾਂ ਵਾਲਿਆਂ ਕੋਲ ਰੱਬ ਹੈ,
ਉਹਨਾਂ ਨੂੰ ਰੱਬ ਮਿਲਦਾ ਹੈ। ਪਰ ਅੱਜ ਬੰਦੇ ਨੂੰ ਆਪਣੇ ਆਪ ਦਾ ਨਹੀਂ ਪਤਾ। ਮਹਾਰਾਜ ਕਹਿੰਦੇ ਨੇ ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਹੈ ਉਹ ਤੇਰੇ ਅੰਦਰ ਵਸਦਾ ਹੈ। ਜਿਹਨੂੰ ਬਾਹਰ ਲੱਭਦਾ ਫਿਰਦਾ ਹੈ ਉਹ ਤਾਂ ਤੇਰੇ ਅੰਦਰ ਹੀ ਵਸਦਾ ਹੈ। ਕੋਈ ਐਸੀ ਥਾਂ ਨਹੀਂ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ। ਹਰ ਥਾਂ ਤੇ ਉਹ ਵਸਦਾ ਹੈ, ਪਰ ਤੂੰ ਗੁਰਬਾਣੀ ਨੂੰ ਨਹੀਂ ਪੜ੍ਹਦਾ, ਤੈਨੂੰ ਪਤਾ ਹੀ ਨਹੀਂ ਪਿਆਰਿਆ ਰੱਬ ਗੁਰਬਾਣੀ ਕਿੱਥੇ ਕਹਿੰਦੀ ਹੈ ਵੀ ਕਿੱਥੇ ਹੈ। ਉਹ ਤਾਂ ਬਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ। ਬਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ। ਉਹ ਤਾਂ ਬਸਦਾ ਤੇਰੇ ਉਹ ਤਾਂ ਬਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ। ਬਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ। ਬਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ। ਜਿਹਦੀਆਂ ਬਾਹਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਏ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ। ਉਹ ਤਾਂ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ। ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ। ਉਹ ਤਾਂ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ। ਉਹ ਤਾਂ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ। ਉਹ ਤਾਂ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ। ਉਹ ਤਾਂ ਵਸਦਾ ਤੇਰੇ ਅੰਦਰ ਪਰ ਤੈਨੂੰ ਭੇਦ ਨਾ ਦੱਸਦਾ ਏ। ਜਿਹਦੀਆਂ ਬਾਹਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ। ਜਿਹਦੀਆਂ ਬਾਹਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਹੈ। ਜਿਹਦੀਆਂ ਬਾਹਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਏ। ਜਿਹਦੀਆਂ ਬਾਹਰ ਤਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਏ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਹੈ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ। ਰੱਬ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ। ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ। ਇੱਕ ਨਾ ਕਹਿੰਦੇ ਬੰਦਾ ਟ੍ਰੇਨ ਦੇ ਵਿੱਚ ਸਫ਼ਰ ਕਰਦਾ ਹੈ, ਉਹਦੇ ਕੋਲ ਬੜੇ ਮਹਿੰਗੇ ਹੀਰੇ ਸੋਨਾ ਹੈ, ਕਰੋੜਾਂ ਰੁਪਏ। ਉਹਦੇ ਨਾਲ ਟ੍ਰੇਨ ਦੇ ਵਿੱਚ ਚੋਰ ਵੀ ਚੜ ਗਿਆ ਬੰਦੇ ਦੇ ਨਾਲ। ਉਹ ਵੇਖਦਾ ਵੀ ਰਾਤ ਨੂੰ ਜਦੋਂ ਸੌਣਾ ਇਹਨੇ ਫਿਰ ਆਪਾਂ ਕੱਢਾਂਗੇ। ਉਹ ਚੋਰ ਦਿਨੇ ਦਿਨੇ ਸੁੱਤਾ ਰਿਹਾ। ਰਾਤ ਨੂੰ ਸੇਠ ਦਾ ਜਿਹੜਾ ਨਾਲ ਚੜੇ ਉਹਦਾ ਟਾਈਮ ਸੀ ਸੌਣ ਦਾ। ਉਹ ਸੋਚਦਾ ਵੀ ਇੰਨਾ ਮਹਿੰਗਾ ਸਮਾਨ ਇਹਨੂੰ ਰੱਖੀਏ ਕਿੱਥੇ, ਵੀ ਇਹ ਸੋਨਾ ਕੋਈ ਚੋਰੀ ਨਾ ਕਰ ਲਵੇ, ਰੱਖੀਏ ਕਿੱਥੇ। ਉਹ ਸੁੱਤਾ ਪਿਆ ਜਿਹੜਾ ਚੋਰ ਸੀ ਉਹਨੇ ਆਪਣਾ ਜਿੰਨੇ ਵੀ ਹੀਰੇ ਸੀ ਸੋਨਾ ਸੀ ਉਹਨੇ ਉਹ ਚੋਰ ਦੀ ਜੇਬ ਦੇ ਵਿੱਚ ਪਾਤਾ। ਜੇਬ ਦੇ ਵਿੱਚ ਪਾਇਆ ਹੋਇਆ ਚੋਰ ਦਾ ਟਾਈਮ ਹੋ ਗਿਆ, ਸੇਠ ਸੌਂ ਗਿਆ, ਸੁੱਤਾ। ਉਹ ਟੈਨਸ਼ਨ ਫਰੀ ਹੋ ਕੇ ਸੁੱਤਾ ਰਿਹਾ ਵੀ ਹੁਣ ਕੋਈ ਗੱਲ ਨਹੀਂ। ਕਹਿੰਦੇ ਸਾਰੀ ਰਾਤ ਚੋਰ ਕਹਿੰਦੇ ਥੱਕ ਗਿਆ ਸਾਰੇ ਵੀ ਇੰਨੀ ਕੁ ਜਗ੍ਹਾ 'ਚ ਕਿੱਥੇ ਰੱਖਦੇ ਨੇ। ਸਫ਼ਰ ਲੰਬਾ ਸੀ, ਕਹਿੰਦੇ ਸੇਠ ਦੇ ਉੱਠਣ ਦਾ ਟਾਈਮ ਹੋ ਗਿਆ। ਜਿਹੜੇ ਚੋਰ ਹੁੰਦੇ ਆ ਫਿਰ ਦਿਨੇ ਸੌਂਦੇ ਆ, ਰਾਤ ਨੂੰ ਜਾਗਦੇ ਆ। ਉਹ ਚੋਰ ਸੌਂ ਗਿਆ, ਉਹਨੇ ਫੇਰ ਉੱਠਿਆ, ਉਹਨੇ ਉਹਦੀ ਜੇਬ ਤੋਂ ਹੀਰੇ ਕੱਢੇ, ਵੇਖਿਆ ਸਾਰਾ ਕੁਝ ਪੂਰਾ ਹੈ। ਉਹਨੇ ਫੇਰ ਰੱਖ ਲਿਆ।
ਉਹ ਰਾਤ ਫੇਰ ਹੋਈ, ਇਹਨੇ ਫੇਰ ਉਹਦੀ ਜੇਬ ਦੇ ਵਿੱਚ ਪਾਤਾ ਵੀ ਉੱਥੇ ਹੀ ਸੇਫ ਰਹਿਣਗੇ। ਸਾਰੀ ਰਾਤ ਫੇਰ ਕਹਿੰਦੇ ਚੋਰ ਲੱਭਦਾ ਰਿਹਾ ਵੀ ਹੀਰੇ ਕਿੱਧਰ ਗਏ, ਇੰਨਾ ਮਹਿੰਗਾ ਸਮਾਨ ਕਿੱਥੇ ਲੈ ਗਿਆ। ਲੱਭੀ ਗਿਆ। ਕਹਿੰਦੇ ਸਾਰੀ ਰਾਤ ਲੱਭਦਾ ਰਿਹਾ, ਥੱਕ ਗਿਆ, ਅੱਕ ਗਿਆ। ਸਵੇਰੀਓਂ ਸੇਠ ਉੱਠਿਆ, ਉਹਨੇ ਫੇਰ ਕੱਢ ਲਿਆ। ਜਦੋਂ ਕਹਿੰਦੇ ਸੇਠ ਦੇ ਉਤਰਨ ਦਾ ਟਾਈਮ ਹੋਇਆ, ਸਟੇਸ਼ਨ ਉਹਦਾ ਆਇਆ, ਉਹ ਕਹਿੰਦਾ ਅੱਜ ਤੋਂ ਬਾਅਦ ਕੰਨਾਂ ਨੂੰ ਹੱਥ ਲਾਏ। ਚੋਰ ਕਹਿੰਦਾ ਮੇਰੇ ਪਿਓ ਦੀ, ਮੈਨੂੰ ਰੱਬ ਦੀ ਕਸਮ, ਕਹਿੰਦਾ ਅੱਜ ਤੋਂ ਬਾਅਦ ਕਹਿੰਦਾ ਚੋਰੀ ਨਹੀਂ ਕਰਨੀ। ਉਹ ਕਹਿੰਦਾ ਕੀ ਗੱਲ? ਕਹਿੰਦਾ ਮੈਨੂੰ 2 ਦਿਨ ਹੋ ਗਏ ਲੱਭਦੇ ਨੂੰ, ਜਿਹੜਾ ਤੇਰੇ ਕੋਲ ਸੋਨਾ ਰੱਖਿਆ, ਰੱਖਦਾ ਕਿੱਥੇ ਸੀ ਪੈਣ ਲੱਗਿਆ, ਇਹ ਦੱਸ ਦੇ ਇੱਕ ਵਾਰ। ਕਹਿੰਦਾ ਮੈਂ ਸਾਰਾ ਕੁਝ ਤੇਰਾ ਫੋਲਿਆ ਪਰ ਲੱਭਿਆ ਨਹੀਂ। ਉਹ ਕਹਿੰਦਾ ਮੂਰਖਾ, ਤੂੰ ਬਾਹਰ ਲੱਭਦਾ ਰਿਹਾ ਤੇ ਕਿਤੇ ਆਪਣੇ ਆਪ ਨੂੰ ਫੋਲ ਲੈਂਦਾ, ਆਪਣੀਆਂ ਜੇਬਾਂ ਫੋਲ ਲੈਂਦਾ। ਕਹਿੰਦੇ ਕਰੋੜਾਂ ਦਾ ਮਾਲਕ ਤੇ ਤੂੰ ਬਣਿਆ ਹੋਇਆ ਸੀ, ਕਰੋੜਾਂਪਤੀ ਤੇ ਤੂੰ ਬਣਿਆ ਹੋਇਆ ਸੀ। ਕਹਿੰਦੇ ਤੂੰ ਆਪਣੇ ਆਪ ਨੂੰ ਫੋਲ ਲੈਂਦਾ, ਤੂੰ ਬਾਹਰ ਹੀ ਲੱਭਦਾ ਰਿਹਾ। ਇਸੇ ਕਰਕੇ ਬੰਦਿਆ, ਤੂੰ ਰੱਬ ਬਾਹਰ ਲੱਭਦਾ ਫਿਰੀ ਜਾਨਾ, ਉਹ ਤੇਰੇ ਅੰਦਰ ਵਸਦਾ ਹੈ, ਅੰਦਰੋਂ ਪ੍ਰਗਟ ਕਰ ਉਹਨੂੰ। ਬਾਹਰ ਕਿਤੇ ਨਹੀਂ, ਬਾਹਰ ਕਿਤੇ ਨਹੀਂ, ਅੰਦਰ ਹੀ ਹੈ। ਅਸੀਂ ਬਾਹਰ ਥਾਂ ਥਾਂ ਤੇ ਲੱਭਦੇ ਫਿਰੀ ਜਾਂਦੇ ਵੀ ਰੱਬ ਮਿਲਦਾ। ਭਾਈ ਲਾਲੋ ਜੀ ਮਹਾਰਾਜ ਦੀ ਬੜੀ ਸੇਵਾ ਕਰਦੇ ਆ। ਮਹਾਰਾਜ 1-2 ਦਿਨ ਰਹੇ, ਮਹਾਰਾਜ ਕਹਿੰਦੇ ਵੀ ਚੱਲੀਏ। ਭਾਈ ਲਾਲੋ ਜੀ ਨੇ ਫਿਰ ਬੇਨਤੀ ਕੀਤੀ, ਮਹਾਰਾਜ ਥੋੜਾ ਜਿਹਾ ਸਮਾਂ ਹੋਰ ਰੁਕ ਜਾਓ, ਥੋੜੇ ਦਿਨ। ਮਹਾਰਾਜ ਫਿਰ ਰੁਕ ਗਏ। ਕਹਿੰਦੇ ਉਸ ਵੇਲੇ ਦਾ ਸੇਠ ਸੀ ਭਾਗੋ, ਮਲਕ ਭਾਗੋ। ਉਹ ਕੀ ਕਰਦਾ? ਕਹਿੰਦੇ ਵੀ ਜੱਗ ਕਰਨਾ ਮਲਕ ਭਾਗੋ ਨੇ। 36 ਪ੍ਰਕਾਰ ਦੇ ਭੋਜਨ ਤਿਆਰ ਕਰਨੇ, ਬ੍ਰਹਮ ਭੋਜ ਹੋਣਗੇ। ਬੜੇ ਸਾਧੂਆਂ ਨੂੰ ਸੱਦੇ ਦਿੰਦਾ ਹੈ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਤੇ ਪਤਾ ਹੈ, ਮਹਾਰਾਜ ਦੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਮਹਾਰਾਜ ਤੇ ਸਭ ਨੂੰ ਜਾਣਦੇ ਆ, ਪਰ ਉਸ ਵੇਲੇ ਦੇ ਜਿਹੜੇ ਕੱਚੇ ਗੁਰੂ, ਜਿਹੜੇ ਕੱਚੇ ਨੇ, ਲੋਕਾਂ ਨੂੰ ਠੱਗਣ ਵਾਲੇ, ਉਹਨਾਂ ਨੂੰ ਕੀ ਪਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਸੱਦਾ ਭੇਜਿਆ। ਮਹਾਰਾਜ ਨੂੰ ਕਹਿੰਦੇ ਜੱਗ ਵਿੱਚ ਆਇਓ। ਮਹਾਰਾਜ ਕਹਿੰਦੇ ਮਰਦਾਨੇ ਨੂੰ, ਕਹਿੰਦੇ ਜਾਣਾ ਨਹੀਂ। 2-3 ਵਾਰ ਸੱਦਾ ਭੇਜਿਆ। ਮਹਾਰਾਜ ਨੂੰ ਪੁੱਛਦੇ ਆ ਮਰਦਾਨਾ ਨਹੀਂ, ਮਹਾਰਾਜ ਜਾਣਾ ਕਿਉਂ ਨਹੀਂ? ਕਹਿੰਦੇ ਮਰਦਾਨਿਆ, ਜਿਹੜਾ ਲਾਲੋ ਹੈ, ਭਾਵੇਂ ਸੁੱਕੀਆਂ ਰੋਟੀਆਂ ਖਾ ਰਹੇ ਆ ਸਾਗ ਨਾਲ, ਇਹ ਮਿੱਸੇ ਪ੍ਰਸ਼ਾਦੇ ਇਦਾਂ ਦਾ ਕੁਝ ਛਕ ਰਹੇ ਆ, ਪਰ ਬੜਾ ਆਨੰਦ ਹੈ। ਮਹਾਰਾਜ ਉੱਥੇ 36 ਪ੍ਰਕਾਰ ਦਾ ਭੋਜਨ ਤਿਆਰ ਹੋਣਾ। ਮਹਾਰਾਜ ਮਰਦਾਨਾ ਜੀ ਕਹਿੰਦੇ, ਮਹਾਰਾਜ ਕਹਿੰਦੇ ਉਹ ਭਾਈ ਬੜਾ ਧੱਕਾ ਲੋਕਾਂ ਨਾਲ ਕਰਕੇ ਰਾਸ਼ਨ ਇਕੱਠਾ ਕਰਨਾ, ਕਣਕਾਂ ਇਕੱਠੀਆਂ ਕਰਨੀਆਂ, ਫਿਰ ਨਾਉ ਕਰਨਾ ਆਪਣਾ ਵੀ ਮੈਂ ਕੀਤਾ। ਧੱਕੇ ਨਾਲ ਖੋ ਕੇ ਲੋਕਾਂ ਤੋਂ ਰਾਸ਼ਨ ਲੈ ਕੇ ਆਉਣਾ, ਜੱਗ ਮੈਂ ਕਰਨਾ। ਮਹਾਰਾਜ ਕਹਿੰਦੇ ਕਿਸੇ ਦੇ ਖੂਨ ਪਸੀਨੇ ਦੀ ਕਮਾਈ ਹੈ ਜਿਹੜੀ ਇਹ ਖਾਂਦਾ ਹੈ, ਜਿਹੜਾ ਇਹ ਜੱਗ ਕਰ ਰਿਹਾ, ਮੈਂ ਨਹੀਂ ਜਾਣਦਾ, ਆਪਾਂ ਨਹੀਂ ਜਾਣਦੇ। ਅੱਜ ਵੀ ਅਸੀਂ ਪਿਆਰਿਓ ਭਾਵੇਂ ਥੋੜੀ ਸੇਵਾ ਕਰੀਏ ਮਹਾਰਾਜ ਦੀ, ਥੋੜੀ, ਪਰ ਕਿਸੇ ਦਾ ਹੱਕ ਰੱਖ ਕੇ, ਕਿਸੇ ਦਾ ਹੱਕ ਮਾਰ ਕੇ ਨਾ, ਕਿਸੇ ਦਾ ਹੱਕ ਮਾਰ ਕੇ ਨਾ ਸੇਵਾ ਕਰੀਏ ਮਹਾਰਾਜ ਦੀ। ਮਹਾਰਾਜ ਘਰ ਆਉਂਦੇ ਨੇ ਨਾ, ਆਪਾਂ ਅਖੰਡ ਪਾਠ ਸਾਹਿਬ ਜਾਂ ਕਰਾਉਂਦੇ ਆ, ਪਰ ਮਹਾਰਾਜ ਦੇ ਸਾਰਿਆਂ ਨੂੰ ਜਾਣਦੇ ਨੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੀ ਬੁਰੇ ਕੀ ਪੀਰ ਪਛਾਣ। ਮਹਾਰਾਜ ਦੇ ਗੁਰੂ ਘਰ, ਗੁਰੂ ਦੇ ਦਰ ਤੇ ਸੇਵਾ ਉਹ ਪ੍ਰਵਾਨ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਜਿਹੜਾ ਅੰਦਰੋਂ ਸੇਵਾ ਕਰਦਾ ਦਿਖਾਵੇ ਲਈ ਨਹੀਂ, ਫਿਰ ਹੁੰਦਾ ਕੀ ਹੈ? ਮਨ ਚਿੰਦਿਆ ਹਲ ਪਾਵਣਾ
ਹਉਮੈ ਵਿੱਚੋਂ ਜਾਏ। ਜਾਏ। ਫਿਰ ਜਿਹੜਾ ਫਲ ਚਾਹੇਗਾ, ਜੋ ਚਾਹੇਗਾ, ਤੈਨੂੰ ਮੰਗਣ ਦੀ ਵੀ ਲੋੜ ਨਹੀਂ ਪੈਣੀ, ਮਹਾਰਾਜ ਨੇ ਆਪੇ ਦੇ ਦੇਣਾ ਜੇ ਅੰਦਰੋਂ ਸੇਵਾ ਕਰੇ। ਪਰ ਅੱਜ ਦੇ ਸਾਡੇ ਵੀ ਪਿਆਰਿਓ ਹਾਲਾਤ ਇਹ ਹੀ ਨੇ। ਮਹਾਰਾਜ ਕਹਿੰਦੇ ਨੇ ਬਹੁ ਪਰਪੰਚ ਕਰ ਪਰਤਨ ਲਿਆਵੇ, ਸੁਤ ਦਾ ਰਾਹ ਪੈ ਆਨ ਲਟਾਵੇ, ਮਨ ਮੇਰੇ ਭੁੱਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੀ ਜੀ ਪਹਿ ਲੀਜੈ। ਮਹਾਰਾਜ ਕਹਿੰਦੇ ਜਦੋਂ ਲੇਖਾ ਦੇਣਾ ਪੈਣਾ ਨਾ ਬੰਦਿਆ, ਤੈਨੂੰ ਇਕੱਲੇ ਨੂੰ ਦੇਣਾ ਪੈਣਾ। ਬੜੇ ਯਤਨ ਕਰਕੇ, ਬੜੀਆਂ ਠੱਗੀਆਂ ਮਾਰ ਕੇ ਇਹ ਪੈਸਾ ਇਕੱਠਾ ਕਰਦਾ ਹੈ। ਬਹੁ ਪਰਪੰਚ ਕਰ ਪਰਤਨ ਲਿਆਵੇ, ਸੁਤ ਦਾ ਰਾਹ ਪੈ ਆਨ ਲਟਾਵੇ। ਲੋਕਾਂ ਨੇ ਠੱਗੀਆਂ ਮਾਰ ਕੇ ਆਪਣਾ ਹੀ ਪਰਿਵਾਰ ਦਿਸਦਾ, ਕਿਸੇ ਦਾ ਨਹੀਂ ਦਿਸਦਾ, ਬੱਚੇ ਕਿਸੇ ਦੇ ਨਹੀਂ ਦਿਸਦੇ। ਸੁਤ ਦਾ ਰਾਹ ਪੈ ਆਨ ਲਟਾਵੇ। ਮਹਾਰਾਜ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੈ, ਹੰਕਾਰ ਨਾ ਕਰੀ ਬੰਦਿਆ, ਅੰਤ ਨਵੇਰਾ ਤੇਰੇ ਜੀਭ ਲੀਜੈ। ਜਿੱਦਣ ਸਮਾਂ ਆਉਣਾ, ਲੇਖਾ ਦੇਣਾ ਪੈਣਾ, ਤੈਨੂੰ ਇਕੱਲੇ ਨੂੰ ਦੇਣਾ ਪੈਣਾ। ਕਿਸੇ ਨੇ ਨਹੀਂ ਖੜਨਾ ਨਾਲ ਆ ਕੇ, ਵੀ ਕੋਈ ਖੜ ਜਾਣਾ ਕਿਸੇ ਨੇ। ਠੱਗੀਆਂ ਮਾਰੀਆਂ ਦਾ ਤੈਨੂੰ ਪਤਾ, ਤੇਰੇ ਪਰਿਵਾਰ ਨੂੰ ਨਹੀਂ ਪਤਾ। ਛਿਨ ਛਿਨ ਤਨ ਛੀਜੈ ਜਰਾ ਜਨਾਵੇ, ਤਬ ਤੇਰੀ ਯੋਗ ਕੋਈ ਪਾਨਿਓ ਨਾ ਪਾਵੇ। ਮਹਾਰਾਜ ਕਹਿੰਦੇ ਐਸਾ ਸਮਾਂ ਆ ਜਾਣਾ ਫਿਰ, ਜਿਨ੍ਹਾਂ ਦੀਆਂ ਗੱਲਾਂ ਕਰਦਾ, ਜਿਨ੍ਹਾਂ ਨੂੰ ਪਾਲਦਾ ਫਿਰਦਾ, ਸਮਾਂ ਐਸਾ ਆ ਜਾਣਾ। ਕਹਿੰਦੇ ਤੇਰੀ ਓਕ ਦੇ ਵਿੱਚ, ਤੇਰੇ ਕਿਸੇ ਨੇ ਬੁੱਕ ਦੇ ਵਿੱਚ ਵੀ ਕਹਿੰਦੇ ਪੀਣ ਲਈ ਪਾਣੀ ਨਹੀਂ ਪਾਉਣਾ। ਜਿਨ੍ਹਾਂ ਲਈ ਇਹ ਕਰਦਾ ਫਿਰਦਾ, ਜਿਨ੍ਹਾਂ ਲਈ ਸਾਰਾ ਕੁਝ ਕਰਦਾ ਫਿਰਦਾ, ਜਾਣਾ ਕੱਲਿਆਂ ਨੂੰ ਪੈਣਾ, ਲੇਖਾ ਕੱਲਿਆਂ ਨੂੰ ਦੇਣਾ ਪੈਣਾ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਹਰ ਬੰਦੇ ਦੇ ਵਿੱਚ, ਹਰ ਥਾਂ ਤੇ ਰੱਬ ਵਸਦਾ, ਥਾਂ ਥਾਂ ਤੇ ਨਾਂ ਲੱਭਦਾ ਫਿਰ ਬੰਦਿਆ। ਹਰ ਦੇ ਵਿੱਚ, ਹਰ ਇੱਕ ਪੰਛੀ ਦੇ ਵਿੱਚ, ਹਰ ਇੱਕ ਜੀਵ ਦੇ ਵਿੱਚ ਉਹ ਇੱਕੋ ਹੀ ਪ੍ਰਮਾਤਮਾ ਦੀ ਜੋਤ ਹੈ ਬੰਦਿਆ। ਬੰਦਾ ਬਣ ਕੇ ਰੱਬ ਦੇ ਬਣਾਏ ਬੰਦਿਆਂ ਦੀ ਪਿਆਰੇ ਸੇਵਾ ਕਰੀਏ ਤਾਂ ਰੱਬ ਦੀ ਸੇਵਾ। ਮਾਲਕ ਭਾਗੋ ਕਹਿੰਦੇ ਬੜਾ ਵੱਡਾ ਜੱਗ ਕੀਤਾ ਹੋਇਆ, ਬੜੇ ਲੋਕ ਉਹਦੇ ਕੋਲ, ਬੜੇ ਸਾਧੂ ਸੰਤ ਮਹਾਤਮਾ ਸੱਦੇ ਹੈ। ਜੱਗ ਦੇ ਵਿੱਚ ਆਏ ਨੇ, ਮਹਾਰਾਜ ਨੂੰ ਬੜੀ ਵਾਰ ਸੁਨੇਹਾ ਭੇਜਿਆ, ਫਿਰ ਧੱਕੇ ਨਾਲ ਮਹਾਰਾਜ ਨੂੰ ਲੈ ਗਏ। ਮਾਲਕ ਭਾਗੋ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿੰਦਾ ਬੜੇ ਸੁਨੇਹੇ ਭੇਜੇ ਨੇ, ਏਡੇ ਏਡੇ ਮਹਾਂਪੁਰਸ਼ ਇੱਥੇ ਬੈਠੇ, ਤੁਸੀਂ ਕਿਉਂ ਨਹੀਂ ਆਉਂਦੇ ਸੀ? ਤੁਸੀਂ ਕਾਹਤੇ ਨਹੀਂ ਆਏ? ਉਹ ਕਹਿੰਦੇ ਉਹ ਗਰੀਬ ਦੇ, ਕਸ਼ੂਦਰ ਦੇ ਘਰੇ ਬੈਠੇ ਹੋ, ਸੁੱਕੀਆਂ ਰੋਟੀਆਂ ਖਾਂਦੇ ਹੋ, 36 ਪ੍ਰਕਾਰ ਦੇ ਵੇਖੋ ਭੋਜਨ ਬਣੇ ਹੋਏ, ਖਾਓ, ਇਹ ਛਕੋ, ਉਹਤੇ ਸੁੱਕੀਆਂ ਰੋਟੀਆਂ। ਮਹਾਰਾਜ ਕਹਿੰਦੇ ਮਾਲਕ ਭਾਗੋ ਉਹ ਸੁੱਕੀਆਂ ਰੋਟੀਆਂ ਨਾ ਕਹੇ ਉਹਨਾਂ ਨੂੰ, ਉਹ ਤੇ ਖਾ ਕੇ ਬੜਾ ਆਨੰਦ ਹੈ, ਪਰ ਤੇਰੇ ਪ੍ਰਸ਼ਾਦੇ ਚੋਂ ਮੈਨੂੰ ਬੱਚਿਆਂ ਦੀਆਂ ਚੀਕਾਂ ਸੁਣਦੀਆਂ, ਇਹਨਾਂ ਦੇ ਵਿੱਚੋਂ ਮੈਨੂੰ ਲਹੂ ਨਜ਼ਰ ਆਉਂਦਾ ਹੈ, ਖੂਨ ਦਿਸਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਾਂ ਸੁਣਦੇ ਆ, ਫੋਟੋਆਂ ਵੀ ਬੜੀਆਂ ਬਣੀਆਂ ਵੀ ਇੱਕ ਹੱਥ ਦੇ ਵਿੱਚ ਮਹਾਰਾਜ ਨੇ ਮਲਕ ਭਾਗੋ ਦੀਆਂ ਪ੍ਰਸ਼ਾਦੇ ਨੇ ਜੋ ਫੜ ਲਏ, ਇੱਕ ਪਾਸੇ ਉਹਦੇ ਬਣਾਏ ਖੀਰ ਪੂੜੇ, ਕਹਿੰਦੇ ਉਹਦੇ ਵਿੱਚ ਪੂੜਿਆਂ ਚੋਂ ਨਿਕਲਦਾ ਖੂਨ, ਉਧਰੋਂ ਦੁੱਧ ਨਿਕਲਦਾ। ਪਰ ਇਹ ਤੇ ਚਲੋ ਬਣਾਉਣ ਵਾਲੇ ਦੀ ਗੱਲ ਹੈ, ਪਰ ਮਹਾਰਾਜ ਦਾ ਸਮਝਾਉਣਾ ਹੈ। ਮਹਾਰਾਜ ਨੇ ਸਮਝਾਇਆ ਇਹ ਸੇਵਾ ਕਰਨੀ ਹੈ ਨਾ ਆਪਦੀ ਕਰ, ਇਹ ਲੋਕਾਂ ਤੋਂ ਇਦਾਂ ਚੀਜ਼ਾਂ ਨਾ ਇਕੱਠੀਆਂ ਕਰ। ਉਹਨਾਂ ਦੇ ਢਿੱਡਾਂ ਤੇ ਲੱਤਾਂ ਮਾਰ ਕੇ ਰਾਸ਼ਨ ਇਕੱਠਾ ਕਰਦੇ ਸਾਰਾ ਕੁਝ। ਮਹਾਰਾਜ ਨੇ ਐਸੀਆਂ ਗੱਲਾਂ ਉਹਦੇ ਸਾਹਮਣੇ ਰੱਖੀਆਂ, ਕਹਿੰਦੇ ਮਲਕ ਭਾਗੋ ਨੇ ਵੀ ਸੋਚਦਾ ਹੈ, ਫਿਰ ਮਹਾਰਾਜ ਦੇ ਚਰਨਾਂ ਦੇ ਵਿੱਚ ਡਿੱਗਦਾ ਹੈ। ਮਲਕ ਭਾਗੋ
ਮਹਾਰਾਜ ਦੇ ਚਰਨਾਂ ਦੇ ਵਿੱਚ ਢਹਿ ਪਿਆ ਮਹਾਰਾਜ ਤੋਂ ਮਾਫੀਆਂ ਮੰਗਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਧਾਰਨਾ ਪੜ੍ਹਦੇ ਹੁੰਦੇ ਆ ਮਹਾਂਪੁਰਸ਼, ਕਹਿੰਦੇ ਗੁਰੂ ਨਾਨਕ ਜਾਰ ਗਰੀਬਾਂ ਦਾ, ਗੁਰੂ ਨਾਨਕ ਜਾਰ ਗਰੀਬਾਂ ਦਾ, ਗੁਰੂ ਨਾਨਕ ਜਾਰ ਗਰੀਬਾਂ ਦਾ, ਗਰੀਬਾਂ ਦਾ, ਗੁਰੂ ਨਾਨਕ ਯਾਰ 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 ਗਰੀਬਾਂ ਦਾ, ਨਾਨਕ ਯਾਰ ਗਰੀਬਾਂ ਦਾ, ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ। ਭਾਵੇਂ ਵੇਖ ਲਵੋ ਅਜਮਾ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ। ਭਾਵੇਂ ਵੇਖ ਲਵੋ ਅਜਮਾ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ। ਵੇਖ ਲਵੋ ਅਜਮਾ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ। ਮਾਲਕ ਭਾਗੋ ਦੇ ਛੱਡ ਕੇ ਕੂੜੇ, 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 ਮਾਲਕ ਭਾਗੋ ਦੇ ਛੱਡ ਕੇ ਕੂੜੇ। ਹੈ ਗਿਆ ਲਾਲੋ ਦੇ ਘਰ ਜਾ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ। ਲਾਲੋ ਦੇ ਘਰ ਜਾ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ। ਲਾਲੋ ਦੇ ਘਰ ਜਾ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ। ਭਾਵੇਂ ਵੇਖ ਲਵੋ ਅਜਮਾ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ। ਭਾਵੇਂ ਵੇਖ ਲਵੋ ਅਜਮਾ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ। ਭਾਵੇਂ ਵੇਖ ਲਵੋ ਅਜਮਾ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ, ਗੁਰੂ ਨਾਨਕ ਯਾਰ ਗਰੀਬਾਂ ਦਾ। ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਢਹਿ ਪਿਆ। ਮਹਾਰਾਜ ਨੂੰ ਬੇਨਤੀਆਂ ਕਰਦਾ, ਬਖਸ਼ੋ ਗੁਨਾਹ ਮੇਰੇ, ਆਇਆ ਮੈਂ ਸ਼ਰਨ ਤੇਰੀ। ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ। ਬਖਸ਼ੋ ਗੁਨਾਹ ਮੇਰੇ, ਆਇਆ ਮੈਂ ਸ਼ਰਨ ਤੇਰੀ। ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ। ਬਖਸ਼ੋ ਗੁਨਾਹ ਮੇਰੇ, ਆਇਆ ਮੈਂ ਸ਼ਰਨ ਤੇਰੀ। ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ। ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ। ਬਖਸ਼ੋ ਗੁਨਾਹ ਮੇਰੇ, ਆਇਆ ਮੈਂ ਸ਼ਰਨ ਤੇਰੀ। ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ। ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ। ਬਖਸ਼ੋ ਗੁਨਾਹ ਮੇਰੇ, ਆਇਆ ਮੈਂ ਸ਼ਰਨ ਤੇਰੀ। ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ। ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ। ਬਖਸ਼ੋ ਗੁਨਾਹ ਮੇਰੇ, ਆਇਆ ਮੈਂ ਸ਼ਰਨ ਤੇਰੀ। ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ। ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ। ਬਖਸ਼ੋ ਗੁਨਾਹ ਮੇਰੇ, ਆਇਆ ਮੈਂ ਸ਼ਰਨ ਤੇਰੀ। ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ। ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ। 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 ਰਾਹਾਂ ਵੱਲ
ਬਲ ਜਾਵਾਨਾ ਰਾਮ 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 ਬਲ ਜਾਵਾਨਾ ਬਖਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਵਾਂ ਨਾ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਵਾਂ ਨਾ ਬਖਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ ਅੱਜ ਤੋਂ ਮੈਂ ਬਾਬਾ ਵਾਲੇ ਰਾਹ ਵੱਲ ਜਾਵਾਨਾ ਅੱਜ ਤੋਂ ਮੈਂ ਬਾਬਾ ਵਾਲੇ ਰਾਹ ਵੱਲ ਜਾਵਾਨਾ ਬਖਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ ਅੱਜ ਤੋਂ ਮੈਂ ਪਾਪਾ ਵਾਲੇ ਰਾਹ ਵੱਲ ਜਾਵਾਨਾ ਅੱਜ ਤੋਂ ਮੈਂ ਪਾਪਾ ਵਾਲੇ ਰਾਹ ਵੱਲ ਜਾਵਾਨਾ ਮਹਾਰਾਜ ਕਹਿੰਦੇ ਬੇਨਤੀਆਂ ਕਰਦਾ ਹੈ ਮਹਾਰਾਜ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਮਾਲਕ ਭਾਗੋ ਮਹਾਰਾਜ ਅੱਜ ਤੋਂ ਇਹ ਰਾਹ ਤੇ ਨਾ ਜਾਵਾਂ ਪਰ ਪਿਆਰਿਓ ਜਿਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਸੁਣਿਆ ਦਸਾਂ ਪਾਤਸ਼ਾਹੀਆਂ ਦੇ ਬਚਨਾਂ ਨੂੰ ਸੁਣਿਆ ਪਰ ਉਹ ਧੰਨ ਗੁਰੂ ਆਪਣੇ ਸਤਿਗੁਰੂ ਦਾ ਹੀ ਹੋ ਕੇ ਰਹਿ ਗਿਆ ਉਹ ਜਿਹੜਾ ਵੀ ਬਣਿਆ ਜਿਹੜਾ ਮਹਾਰਾਜ ਦੇ ਚਰਨਾਂ 'ਚ ਆ ਗਿਆ ਪਰ ਅੱਜ ਅਸੀਂ ਕਿਉਂ ਨਹੀਂ ਬਣਦੇ ਅਸੀਂ ਸਿਰਫ ਮਹਾਰਾਜ ਨੂੰ ਮੱਥਾ ਟੇਕਦੇ ਆਂ ਮਹਾਰਾਜ ਨੂੰ ਵੇਖਦੇ ਆਂ ਅਸੀਂ ਦੇਗ ਕਰਾ ਦਿੰਨੇ ਆਂ ਰਮਾਲੇ ਚੜਾ ਦਿੰਨੇ ਆਂ ਪਰ ਮਹਾਰਾਜ ਨੂੰ ਮੰਨਦੇ ਨਹੀਂ ਕਿਸੇ ਨੂੰ ਮੰਨਣਾ ਆਪਾਂ ਕਹਿ ਦਈਏ ਫਲਾਣੇ ਬੰਦੇ ਨੂੰ ਮੈਂ ਬੜਾ ਮੰਨਦਾ ਜੇ ਉਹਦੀਆਂ ਗੱਲਾਂ ਨੂੰ ਮੰਨੇਗਾ ਨਾ ਤਾਂ ਉਹਨੂੰ ਮੰਨਣਾ ਹੈ ਜੇ ਉਹਦੀਆਂ ਗੱਲਾਂ ਨੂੰ ਮੰਨਾਂਗੇ ਅਸੀਂ ਕਹਿੰਦੇ ਅਸੀਂ ਤੇ 2 ਵਾਰ ਗੁਰੂ ਘਰ ਮੱਥਾ ਟੇਕਦੇ ਆ ਸਤਿਗੁਰੂ ਜੀ ਦਾ ਬਚਨ ਹੈ ਉਹ ਤੋਂ ਬਾਹਰ ਨਹੀਂ ਆਪਾਂ ਕਹਿੰਦੇ ਮਹਾਰਾਜ ਕਹਿੰਦੇ ਨੇ ਸਲਾਮ ਜਵਾਬ ਤੂੰ ਮੈਂ ਕਰੇ ਮੁੰਡੋ ਕੁੱਥਾ ਜਾਏ ਮਹਾਰਾਜ ਕਹਿੰਦੇ ਜਿਹੜਾ ਬੰਦਾ ਇਹ ਭੁਲੇਖਾ ਰੱਖਦਾ ਨਾ ਮਨ 'ਚ ਵੀ ਮੈਂ ਗੁਰੂ ਨੂੰ ਮੱਥਾ ਵੀ ਟੇਕਦਾ ਵੀ ਮੈਂ ਬੜਾ ਹਾਂ ਮਹਾਰਾਜ ਕਹਿੰਦੇ ਸਲਾਮ ਜਵਾਬ ਦੂੰ ਮੈਂ ਕਦੇ ਕਹਿੰਦੇ ਗੁਰੂ ਨੂੰ ਜਵਾਬ ਵੀ ਦੇ ਦਿੰਦਾ ਵੀ ਗੱਲ ਮੈਂ ਨਹੀਂ ਮੰਨਦਾ ਜੀ ਤੁਹਾਡੀ ਤੁਸੀਂ ਕਹਿੰਦੇ ਹੋ ਰਾਖਾ ਏਕ ਹਮਾਰਾ ਸੁਆਮੀ ਮੱਥਾ ਟੇਕਦਾ ਮਹਾਰਾਜ ਨੂੰ ਨਹੀਂ ਮਹਾਰਾਜ ਅਸੀਂ ਤੇ ਮੰਨਾਂਗੇ ਜਵਾਬ ਦੇਤਾ ਮਹਾਰਾਜ ਮਹਾਰਾਜ ਕਹਿੰਦੇ ਨੇ ਇੱਕ ਓੰਕਾਰ ਰਾਖਾ ਏਕ ਹਮਾਰਾ ਸੁਆਮੀ ਗੁਰਬਾਣੀ ਜਦੋਂ ਪੜ੍ਹਦੇ ਆ ਇੱਕ ਓੰਕਾਰ ਤੋਂ ਸ਼ੁਰੂ ਹੁੰਦੀ ਹੈ ਮਹਾਰਾਜ ਕਹਿੰਦੇ ਇੱਕ ਓੰਕਾਰ ਪਰਮਾਤਮਾ ਇੱਕੋ ਹੀ ਹੈ ਜਿਹੜਾ ਸਾਰੇ ਪਾਸੇ ਫੈਲਿਆ ਹੋਇਆ ਓੰਕਾਰ ਪਰ ਅੱਜ ਰਾਖਾ ਇੱਕ ਹਮਾਰਾ ਸਵਾਮੀ ਮਹਾਰਾਜ ਕਹਿੰਦੇ ਨੇ ਮੱਥਾ ਵੀ ਟੇਕਦੇ ਆ ਪਰ ਗੁੱਟਾਂ ਦੇ ਸਾਡੇ ਵੀ ਧਾਗੇ ਬੰਨੇ ਹੁੰਦੇ ਆ ਮਹਾਰਾਜ ਕਹਿੰਦੇ ਨੇ ਕੋਈ ਚੀਜ਼ ਰਾਖੀ ਨਹੀਂ ਕਰਦੀ ਪਰ ਅਸੀਂ ਮਹਾਰਾਜ ਦੇ ਸਾਹਮਣੇ ਵੀ ਬੈਠੇ ਹੁੰਨੇ ਆ ਮਹਾਰਾਜ ਨੂੰ ਕਹਿੰਦੇ ਨਹੀਂ ਅਸੀਂ ਵੀ ਤੁਸੀਂ ਕਹਿੰਦੇ ਹੋ ਮਹਾਰਾਜ ਵੀ ਇਦਾਂ ਦਾ ਕੁਝ ਕਰਨਾ ਨਹੀਂ ਰਾਖਾ ਇੱਕੋ ਹੀ ਹੈ ਮਹਾਰਾਜ ਅਸੀਂ ਤੇ ਬੰਨਾਂਗੇ ਕਿਸੇ ਬੰਦੇ ਨੂੰ ਕਹਿ ਦੇਣਾ ਵੀ ਤੂੰ ਕਹਿਣਾ ਇਹ ਨਹੀਂ ਮੈਂ ਤੇ ਆਹ ਦੇ ਕਰੀ ਬੈਠਾ ਇਦਾਂ ਹੀ ਅਸੀਂ ਮਹਾਰਾਜ ਨੂੰ ਕਰੀ ਬੈਠੇ ਮਹਾਰਾਜ ਆਹ ਦੇ ਬੰਨੀ ਬੈਠੇ ਆ ਤੇ ਬੰਨਾ ਅੱਜ ਅਸੀਂ ਸਿੱਖ ਕੌਮ ਸਾਡੀ ਪਿੱਛੇ ਕਾਹਤੇ ਆ ਸਾਨੂੰ ਹਰੇਕ ਬੁੱਧੂ ਬਣਾ ਜਾਂਦਾ ਜਿਨ੍ਹਾਂ ਦੇ ਕੋਲ ਪੜ੍ਹਨ ਲਈ ਗਿਆਨ ਹੈ ਸਾਡੇ ਕੋਲ ਮੂਰਤੀਆਂ ਨਹੀਂ ਮਹਾਰਾਜ ਪੜ੍ਹਨ ਵਾਸਤੇ ਸਾਨੂੰ ਦੇ ਕੇ ਗਏ ਨੇ ਪਰ ਜਿੰਨੇ ਮੂਰਖ ਅਸੀਂ ਆ ਉਹਨਾਂ ਕੋਈ ਵੀ ਨਹੀਂ ਹੋਣਾ ਜੇ ਕੋਈ ਬੰਦਾ ਕਹਿੰਦਾ ਮੈਂ ਜੱਜ ਬਣਨਾ ਜਾਂ ਵਕੀਲ ਬਣਨਾ ਉਹਨੂੰ ਕਹਿ ਦਈਏ ਵੀ ਇਹਦੀਆਂ ਕਿਤਾਬਾਂ ਨੇ ਜਿਹੜੀਆਂ ਉਹਨੂੰ ਮੱਥਾ ਟੇਕ ਦਿਆ ਕਰ ਟੀਚਰ ਬਣਨਾ ਮੱਥਾ ਟੇਕ ਦਿਆ ਕਰ ਉਹ ਬਣ ਜਾਏਗਾ ਬੱਚਾ ਪੜ੍ਹਨ ਜਾਂਦਾ ਸਕੂਲ ਦੇ ਵਿੱਚ ਉਹਨੂੰ ਕਹਿ ਦਈਏ ਆਪਾਂ ਕਿਤਾਬਾਂ ਨੂੰ ਮੱਥਾ ਟੇਕਿਆ ਕਰ ਧੂਪ ਦੇ ਦਿਆ ਕਰ ਵਧੀਆ ਕੱਪੜੇ 'ਚ ਲਪੇਟ ਕੇ ਰੱਖ ਉਹਨੂੰ ਵੀ ਉਹ ਪਾਸ ਜਾਂ ਕਿਤੇ ਨੌਕਰੀ ਕਿਤੇ ਲੱਗ ਸਕਦਾ ਪੜ੍ਹ ਕੇ ਉਹ ਮੱਥਾ ਗੱਲਾਂ ਟੇਕ ਕੇ ਨਹੀਂ ਪਰ ਅੱਜ ਅਸੀਂ ਗੁਰੂ ਸਾਹਿਬ ਨੂੰ ਬੜੇ ਸੋਹਣੇ ਰਮਾਲੇ ਚੜਾਉਨੇ ਆ ਦੇਗਾਂ ਕਰਾਈ ਜਾਂਦੇ ਆ ਪਰ ਕਰਵਾਓ ਸਾਰਾ ਕੁਝ ਮਹਾਰਾਜ ਨੂੰ ਵਸਤਰ ਭੇਟ ਕਰੋ ਮਹਾਰਾਜ ਨੂੰ ਅਰਦਾਸ ਵੀ ਕਰੋ ਖੰਡ ਪਾਠ ਸਾਹਿਬ ਵੀ ਕਰਾਓ ਪਰ ਜਿੰਨਾ ਟਾਈਮ
ਗੁਰਬਾਣੀ ਨੂੰ ਨਹੀਂ ਮੰਨਦੇ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜਿਹੜਾ ਬੰਦਾ ਗੁਰੂ ਦੇ ਬਚਨਾਂ ਨੂੰ ਮੰਨਦਾ ਹੈ, ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦਾ ਭਾਈ। ਜਿਵੇਂ ਜਿਵੇਂ ਸਤਿਗੁਰੂ ਜੀ ਕਹਿੰਦੇ ਨੇ ਉਹਦੇ ਮੁਤਾਬਕ ਚੱਲੀਏ। ਮਹਾਰਾਜ ਨੇ ਸਾਰਾ ਸਰਵੰਸ ਸਾਡੇ ਲਈ ਵਾਰਦਾ। ਹੁਣ ਅੱਗੇ ਜੂਨ ਮਹੀਨਾ ਆ ਰਿਹਾ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਵੀ ਅੱਗੇ ਆ ਜਾਣਾ ਹੈ। ਤਪਦੇ ਬਾਹਰੋਂ ਧੁੱਪਾਂ ਇੰਨੀ ਤਪਦੀ ਹੈ, ਤਵੀ ਤਪਦੀ ਹੈ, ਉਹਦੇ ਸਤਿਗੁਰੂ ਜੀ ਬੈਠੇ ਕਿਹਦੇ ਲਈ ਬੈਠੇ ਨੇ? ਇਹ ਗਿਆਨ ਕਰਕੇ ਬੈਠੇ ਨੇ। ਇਹ ਜਿਹੜਾ ਸਾਨੂੰ ਗਿਆਨ ਪੜ੍ਹਨ ਵਾਸਤੇ ਦਿੱਤਾ ਹੈ, ਇਹਦੇ ਵਾਸਤੇ ਵੀ ਇਹ ਗੱਲਾਂ ਮਹਾਰਾਜ ਕਹਿੰਦੇ ਨੇ ਵੀ ਪ੍ਰਮਾਤਮਾ ਇੱਕ ਹੈ, ਤੁਸੀਂ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਹੋ। ਇਹਨਾਂ ਚੀਜ਼ਾਂ ਕਰਕੇ ਸ਼ਹੀਦੀਆਂ ਹੋਈਆਂ ਭਾਈ, ਵੀ ਇਹ ਵਿਚਾਰਧਾਰਾ ਨੂੰ ਅਸੀਂ ਬੰਦ ਕਰ ਦਈਏ। ਪਰ ਅੱਜ ਅਸੀਂ ਸਾਰਾ ਕੁਝ ਹੋ ਚੁੱਕਿਆ ਪਿਆਰਿਓ। ਅੱਜ ਦੇ ਕਿਰਪਾਨਾਂ ਪਾ ਕੇ ਵੀ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਮੱਥੇ ਟੇਕਦੇ ਫਿਰੀ ਜਾਂਦੇ ਹੁੰਦੇ ਆ। ਪਤਾ ਨਹੀਂ ਅਸੀਂ ਕੋਈ ਥਾਂ ਐਸੀ ਨਹੀਂ ਛੱਡਦੇ। ਮਹਾਰਾਜ ਨੇ ਕਹਿੰਦੇ ਸੀ ਐਸਾ ਖਾਲਸਾ ਪੰਥ ਸਜਾਉਣਾ ਹੈ ਜਿਹੜਾ ਲੱਖਾਂ 'ਚੋਂ ਵੱਖਰਾ ਦਿਸੇਗਾ। ਅੱਜ ਖਾਲਸਾ ਵੀ ਉਹੀ ਕੁਝ ਕਰਦਾ ਹੈ, ਹੋਰ ਵੀ ਜਿਹੜੇ ਪਖੰਡ ਸਾਰੇ ਉਹ ਵੀ ਉਹੀ ਕਰਦੇ ਆ। ਜਿਹੜਾ ਕੁਝ ਮਹਾਰਾਜ ਨੇ ਬਣਾਇਆ ਸੀ ਉਹ ਤੇ ਅਸੀਂ ਬਣੇ ਹੀ ਨਹੀਂ। ਜਿਵੇਂ ਜਿਵੇਂ ਸਾਨੂੰ ਮਹਾਰਾਜ ਨੇ ਕਿਹਾ ਸੀ ਉਹਦੇ ਮੁਤਾਬਕ ਤੇ ਚੱਲੇ ਹੀ ਨਹੀਂ ਅਸੀਂ। ਅਤੇ ਸ਼੍ਰੀ ਸਾਹਿਬ ਪਾ ਲੈਂਦੇ ਆ ਬਸ। ਅਸੀਂ ਕਹਿੰਦੇ ਸਿੱਖ ਬਣ ਗਏ ਭਾਈ, ਇਦਾਂ ਨਹੀਂ। ਜਿੰਨਾ ਟਾਈਮ ਗੁਰੂ ਦੇ ਵਚਨਾਂ ਨੂੰ ਨਹੀਂ ਮੰਨਦੇ ਅਸੀਂ, ਉਨਾ ਟਾਈਮ ਸਾਡਾ ਕੋਈ ਭਲਾ ਨਹੀਂ ਹੋ ਸਕਦਾ। ਉਨਾ ਟਾਈਮ ਲੱਖ ਵਾਰ ਮਹਾਰਾਜ ਨੂੰ ਮੱਥਾ ਟੇਕੀ ਜਾਈਏ, ਪਰ ਜਿੰਨਾ ਟਾਈਮ ਗੁਰੂ ਦੀ ਪਿਆਰਿਓ ਗੱਲ ਨਹੀਂ ਨਾ ਮੰਨਦੇ, ਨਹੀਂ ਗੱਲ ਬਣਨੀ। ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀਆਂ ਨੇ ਪਰਸੋਂ ਰੋਜ਼ ਤੋਂ ਲੈ ਕਰਕੇ ਗੁਰਬਾਣੀ ਦਾ ਓਟ ਆਸਰਾ ਤੱਕਿਆ। ਬੜੀ ਪਰਿਵਾਰ ਨੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਹੈ। ਮਹਾਰਾਜ ਕਿਰਪਾ ਕਰਨ, ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ। ਅੱਗੇ ਤੋਂ ਮਹਾਰਾਜ ਸੇਵਾ ਕਰਨ ਦੇ ਬਲ ਬਖਸ਼ਣ। ਉਸ ਵੇਲੇ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਰਾਜ ਇੱਕ ਕੌਤਕ ਖੇਡਦੇ ਆ। ਮਹਾਰਾਜ ਕਹਿੰਦੇ ਇੱਕ ਐਸਾ ਸਮਾਂ ਵੀ ਆ ਜਾਣਾ ਵੀ ਕਿਤੇ ਪਾਏ ਹੋਏ ਚੋਲੇ, ਕਿਤੇ ਪਾਏ ਹੋਏ ਗਾਤਰੇ, ਕਿਤੇ ਬੰਨੀਆਂ ਹੋਈਆਂ ਦਸਤਾਰਾਂ ਵਾਲਿਆਂ ਤੇ ਭਰੋਸਾ ਨਾ ਕਰਿਓ। ਸਿੰਘਾਂ ਨੂੰ ਸਮਝਾਉਂਦੇ ਮਹਾਰਾਜ। ਮਹਾਰਾਜ ਕਹਿੰਦੇ ਵੀ ਇਹਨਾਂ ਤੇ ਭਰੋਸਾ ਨਾ ਕਰਿਓ। ਸਿੰਘ ਕਹਿੰਦੇ ਮਹਾਰਾਜ ਕਿਉਂ ਨਹੀਂ ਕਰਨਾ? ਅੱਜ ਅਸੀਂ ਵੀ ਭਰੋਸਾ ਕਰਦੇ ਆ ਨਾ। ਮਹਾਰਾਜ ਨੇ ਇਹ ਗੱਲਾਂ ਪਹਿਲਾਂ ਕਹਿਤੀਆਂ ਵੀ ਭਰੋਸਾ ਨਾ ਕਰਿਓ। ਕਿਉਂ? ਮਹਾਰਾਜ ਕਹਿੰਦੇ ਐਂ ਕਰਿਓ ਵੀ ਇੱਕ ਗਧਾ ਲਿਆਓ ਫੜ ਕੇ। ਕਿਸੇ ਘੁਮਿਆਰ ਤੋਂ ਗਧਾ ਲਿਆਂਦੇ, ਉਹਦੇ ਕਹਿੰਦੇ ਨਾ ਸ਼ੇਰ ਦੀ ਖੱਲ ਮੰਗਾਈ। ਮਹਾਰਾਜ ਨੇ ਉਹਦੇ ਗਧੇ ਦੇ ਪਵਾਤੀ। ਹੁਣ ਗਧਾ ਭੱਜਿਆ ਫਿਰਦਾ ਸ਼ਹਿਰ 'ਚ, ਲੋਕ ਵੇਖਦੇ ਕਹਿੰਦੇ ਸ਼ੇਰ ਆ ਗਿਆ। ਵੇਖਦੇ ਆ ਸ਼ੇਰ ਆ ਗਿਆ, ਡਰ ਡਰ ਘਰਾਂ 'ਚ ਵੜੀ ਜਾਂਦੇ ਆ। ਜਾਨਵਰ ਨੇ, ਉਹਨਾਂ ਨੇ ਕਿਹੜਾ ਕਦੇ ਵੇਖਿਆ, ਉਹ ਵੀ ਡਰਦੇ ਆ। ਕਹਿੰਦੇ ਸ਼ੇਰ ਆ ਗਿਆ। ਜਵਾਕ ਬਾਹਰ ਨਹੀਂ ਨਿਕਲਦੇ ਘਰਾਂ 'ਚ। ਕਹਿੰਦੇ ਸ਼ੇਰ ਆ ਗਿਆ। ਘਰਾਂ ਦੇ ਵਿੱਚੋਂ ਲੋਕ ਨਹੀਂ ਨਿਕਲਦੇ, ਡਰਦੇ ਨੇ ਕਿਤੇ ਸ਼ੇਰ ਨਾ ਖਾ ਜਾਵੇ। ਵਿੱਚ ਅੰਦਰ ਕੀ ਹੈ? ਗਧਾ। ਪਰ ਪਾਈ ਖੱਲ ਸ਼ੇਰ ਵਾਲੀ। ਲੋਕਾਂ ਨੂੰ ਇਹ ਤੇ ਪਤਾ ਨਹੀਂ ਵੀ ਅੰਦਰ ਵੀ ਕੀ ਹੈ, ਖੱਲ ਸ਼ੇਰ ਵਾਲੀ ਪਾਈ। ਬਾਹਰੋਂ ਵੇਖੀ ਜਾਂਦੇ ਨੇ ਵੀ ਸ਼ੇਰ ਆ ਗਿਆ, ਸ਼ੇਰ ਆ ਗਿਆ। ਫਿਰ ਲੋਕੀ ਇਕੱਠੇ ਹੁੰਦੇ ਆ, ਤਕੜੇ ਹੁੰਦੇ ਆ। ਕਹਿੰਦੇ ਕਿੰਨਾ ਟਾਈਮ ਭਾਈ ਅੰਦਰ ਵੜ ਕੇ ਬੈਠੇ ਰਵਾਂਗੇ? ਕਹਿੰਦੇ ਫਿਰ ਹੱਲ ਇੱਕੋ ਹੀ ਹੈ। ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਕੋਲ ਚੱਲਦੇ ਆ। ਉਹ ਭਾਈ ਦਾ ਸ਼ਿਕਾਰ ਕਰਨਗੇ, ਉਹ ਫੜਨਗੇ। ਉਹਨਾਂ ਤੋਂ ਕੋਈ ਬਿਨਾਂ ਕੋਈ ਹੋਰ ਕਰ ਹੀ ਨਹੀਂ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਕੋਲ ਸੰਗਤਾਂ ਇਕੱਠੀਆਂ ਹੋ ਕੇ ਗਈਆਂ। ਮਹਾਰਾਜ ਕਹਿੰਦੇ ਉਹ ਭਾਈ ਕਿੱਧਰੋਂ ਇੰਨਾ ਇਕੱਠ ਕਰੀ ਫਿਰਦੇ ਹੋ, ਕਿੱਧਰੋਂ ਆਏ? ਮਹਾਰਾਜ ਕਹਿੰਦੇ ਮਹਾਰਾਜ ਤੁਹਾਨੂੰ ਨਹੀਂ ਪਤਾ? ਕਹਿੰਦੇ ਸ਼ੇਰ ਭੱਜਿਆ ਫਿਰਦਾ ਕਹਿੰਦੇ ਸ਼ਹਿਰ ਦੇ ਵਿੱਚ। ਕਹਿੰਦੇ ਜਵਾਕਾਂ ਨੂੰ ਮਾਰ ਦੂ। ਮਹਾਰਾਜ ਹੱਸ ਪਏ। ਮਹਾਰਾਜ ਕਹਿੰਦੇ ਕਿੱਥੇ ਆ ਸ਼ੇਰ? ਕਹਿੰਦੇ ਨਾਲ ਚੱਲੋ। ਮਹਾਰਾਜ ਨੂੰ ਲੈ ਗਏ ਨਾਲ। ਕਹਿੰਦੇ ਆਓ ਫਿਰਦਾ। ਮਹਾਰਾਜ ਪਿੱਛੇ ਹੋ ਗਏ ਉਹਦੇ ਸ਼ੇਰ ਦੇ।
ਪਿੱਛੇ ਪਿੱਛੇ ਭੱਜ ਲਏ। ਅੱਗੇ ਅੱਗੇ ਉਹ ਜਿਹੜੀ ਗਧੇ ਦੇ ਖੱਲ ਪਾਈ ਸ਼ੇਰ ਵਾਲੀ ਉਹ ਭੱਜਿਆ ਜਾਂਦਾ, ਉਹ ਭੱਜਿਆ ਜਾ ਰਿਹਾ ਅੱਗੇ ਅੱਗੇ। ਉਹ ਕਹਿੰਦੇ ਜਿੱਥੋਂ ਲਿਆਂਦਾ ਸੀ ਨਾ ਫੜ ਕੇ, ਉਹਦੇ ਘੁਮਿਆਰ ਦੇ ਬਾੜੇ ਦੇ ਵੜ ਗਿਆ ਸ਼ੇਰ, ਜਿਹੜਾ ਗਧਾ ਇਹਦੇ ਖੱਲ ਪਾਈ ਸੀ। ਕਹਿੰਦੇ ਜਾ ਕੇ ਜਦੋਂ ਗਧਿਆਂ ਦੇ ਵਿੱਚ ਪਹੁੰਚਿਆ, ਸੰਗਤਾਂ ਵੀ ਨਾਲ ਮਹਾਰਾਜ ਦੇ ਦੇਖੀ ਜਾਂਦੇ ਆ। ਕਹਿੰਦੇ ਜਦੋਂ ਗਧੇ ਹਿਣਕਣ ਲੱਗ ਪਏ, ਕਹਿੰਦੇ ਉਹ ਵੀ ਹਿਣਕ ਪਿਆ, ਗਧਾ ਵੀ ਹਿਣਕ ਪਿਆ। ਮਹਾਰਾਜ ਹੱਸਦੇ, ਮਹਾਰਾਜ ਨੂੰ ਕਹਿੰਦੇ ਕਿਉਂ ਹੱਸਦੇ ਹੋ? ਮਹਾਰਾਜ ਕਹਿੰਦੇ ਸਿੰਘਾਂ ਨੂੰ ਕਹਿੰਦੇ ਲਾਓ ਇਹਦੀ ਖੱਲ ਜਿਹੜੀ ਪਾਈ, ਉਹ ਤੋਂ ਖੱਲ ਲਾਈ। ਮਹਾਰਾਜ ਨੂੰ ਪੁੱਛਦੇ ਮਹਾਰਾਜ ਇਹ ਕਿਉਂ ਕੀਤਾ ਏਦਾਂ? ਮਹਾਰਾਜ ਕਹਿੰਦੇ ਆਉਣ ਵਾਲਾ ਸਮਾਂ ਆਏਗਾ, ਇੱਕ ਸਮਾਂ ਆ ਜਾਣਾ ਏ, ਬਾਣੇ ਵੀ ਪਾਉਣਗੇ, ਸਾਰਾ ਕੁਝ ਸ਼ੇਰਾਂ ਵਾਲੇ, ਪਰ ਉਹਨਾਂ ਤੇ ਭਰੋਸਾ ਨਾ ਕਰੇ, ਅੰਦਰੋਂ ਵੀ ਅਸੀਂ ਉਹ ਗਧੇ ਹੋਣਗੇ। ਅੱਜ ਵੀ ਅਸੀਂ ਕਹਿੰਦੇ ਬਾਣਾ ਪਾ ਕੇ ਭਾਈ ਅੰਦਰੋਂ ਕੰਮ ਸਾਡੇ ਵੀ ਇਹ ਗਧਿਆਂ ਵਾਲੀ ਨੇ। ਕੱਲਾ ਬਾਣਾ ਪਾ ਕੇ ਸ਼੍ਰੀ ਸਾਹਿਬ ਪਾ ਕੇ ਭਾਈ ਸਿੱਖ ਨਹੀਂ ਬਣਿਆ ਜਾਂਦਾ। ਮਹਾਰਾਜ ਨੇ ਸਾਨੂੰ ਪਹਿਲਾਂ ਹੀ ਸਮਝਾਤਾ ਭਾਈ ਇਹਨਾਂ ਤੋਂ ਬਚਿਓ। ਕਹਿੰਦੇ ਗਧਿਆਂ ਤੇ ਜਾ ਕੇ ਫਿਰ ਹਿਣਕਣ ਵੀ ਲੱਗ ਜਾਂਦੇ ਨੇ ਲੋਕ। ਆਓ ਭਾਈ ਸਾਰੀਆਂ ਸੰਗਤਾਂ ਦਾ ਧੰਨਵਾਦ, ਜਿੰਨੀਆਂ ਵੀ ਸੰਗਤਾਂ ਭਾਈ ਪਹੁੰਚੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ। ਸੋ ਮਹਾਰਾਜ ਕਿਰਪਾ ਕਰਨ, ਪਰਿਵਾਰ ਦੀ ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ। ਆਓ ਇੱਕ ਵਾਰ ਫੇਰ ਇੱਕ ਧਾਰਨਾ ਪੜ੍ਹ ਕੇ ਆਪਾਂ ਸੋ ਪਹਿਲਾਂ ਵੀ ਪੜ੍ਹੀ ਹੈ। ਮਹਾਰਾਜ ਉਹ ਤੇ ਮਾਲਕ ਭਾਗੋ ਕਹਿੰਦਾ ਨਾ, ਬਖਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ, ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ। ਸਾਰੀ ਸੰਗਤ ਗੱਜ ਵੱਜ ਕੇ ਬੋਲਿਓ, ਇੱਕ ਦਾਸ਼ਟ ਧਾਰਨਾ ਪੜ੍ਹਦੇ ਆ। ਸੰਗਿਆ ਪਿਆਰੇ ਉਦੋਂ ਕਰੋ ਜਦੋਂ ਅਸੀਂ ਗੱਲਾਂ ਮਾਰਦੇ ਹਾਂ। ਮਹਾਰਾਜ ਕਹਿੰਦੇ ਨੇ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ। ਇਹ ਸਾਡਾ ਦਰਗਾਹ ਤੱਕ ਕੰਮ ਆਉਣਾ ਗਾਇਆ, ਵਾਹਿਗੁਰੂ ਬੋਲਿਆ, ਗੁਣ ਗਾਏ। ਪਰ ਜਿਹੜੀਆਂ ਅਸੀਂ ਗੱਲਾਂ ਮਾਰਦੇ ਹਾਂ, ਮਹਾਰਾਜ ਕਹਿੰਦੇ ਨੇ ਇਹ ਸਾਰੇ ਗ੍ਰੰਥ ਗਵਾਹੀ ਭਰਦੇ ਐ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਇਹ ਮਹਾਰਾਜ ਕਿਰਪਾ ਕਰਨ। ਆਓ ਸੋ ਸੰਗਤ ਆਈ ਹੈ, ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਸੋ ਜਿਨ੍ਹਾਂ ਨੂੰ ਭਾਈ ਕੀਰਤਨ ਵਧੀਆ ਲੱਗਦਾ ਹੈ, ਅਸੀਂ ਤੁਹਾਡੇ ਬੱਚੇ ਆ। ਇੱਕ ਮੇਰਾ YouTube ਤੇ ਚੈਨਲ ਬਣਿਆ ਹੋਇਆ, ਸੋ ਸੰਗਤ ਦੇ ਚਰਨਾਂ ਤੇ ਬੇਨਤੀ ਹੈ, ਪਿਆਰਿਓ ਤੁਹਾਡੇ ਵੀਰ ਆ, ਤੁਹਾਡੇ ਬੱਚੇ ਆ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪੂਰਬੇ ਵਾਲੇ ਭਰ ਕੇ ਉਹਨੂੰ ਸਬਸਕ੍ਰਾਈਬ ਕਰਿਓ, ਬੇਨਤੀ ਹੈ, ਤਾਂ ਜੋ ਅਸੀਂ ਭਾਈ ਅੱਗੇ ਤੋਂ ਵੀ ਉਹਦੇ ਤੇ ਗੁਰਬਾਣੀ ਕੀਰਤਨ ਦੀਆਂ ਵੀਡੀਓ ਵਗੈਰਾ ਪਾਉਂਦੇ ਰਹੀਏ। ਅਸੀਂ ਹੋਰ ਵੀ ਪਤਾ ਨਹੀਂ ਨੈਟ ਤੇ ਸਰਚ ਇੰਨਾ ਕੁਝ ਮਾਰਦੇ ਆ, ਸਬਸਕ੍ਰਾਈਬ ਕਰਦੇ ਆ ਭਾਈ। ਅਸੀਂ ਵੀ ਆਪਾਂ ਵੀ ਮਹਾਰਾਜ ਦੇ ਗੁਣ ਗਾਉਂਦੇ ਆ, ਸਾਨੂੰ ਵੀ ਇਦਾਂ ਦਾ ਭਾਈ ਮੌਕਾ ਮਿਲੇ, ਸਾਨੂੰ ਵੀ ਲੋਕ ਸੁਣਨ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ, ਹੋਰ ਵੀ ਕਰਦੇ ਆ ਭਾਈ। ਗਾਉਣ ਵਾਲੀ ਤੇ ਗੱਲ ਇੱਥੇ ਕੋਈ ਨਹੀਂ, ਜਿਹੜਾ ਬੰਦਾ ਕੀਰਤਨ ਕਰਦਾ ਗਾ ਤੇ ਜਿਹੜਾ ਕੁਝ ਮਰਜ਼ੀ ਦੇਵੇ ਉਹ ਜੋ ਮਰਜ਼ੀ ਗਾ ਸਕਦਾ, ਉਹ ਸਾਰਾ ਕੁਝ ਗਾ ਸਕਦਾ ਭਾਈ। ਅਸੀਂ ਤੇ ਗੁਰੂ ਦੇ ਗੁਣ ਗਾਉਣੇ ਨੇ, ਇਸ ਕਰਕੇ ਭਾਈ ਮਹਾਰਾਜ ਕਹਿੰਦੇ ਨੇ ਮੇਰੇ ਸਤਿਗੁਰ ਪਾਪਾਂ ਤੋਂ ਹਟਾਉਂਦੇ ਨੇ, ਮਨ ਹਟਦਾ ਕਿੱਥੇ ਆ। ਮੇਰੇ ਸਤਿਗੁਰ ਨਾਮ ਜਪਾਉਂਦੇ ਨੇ, ਮਨ ਜਪਦਾ ਕਿੱਥੇ ਆ। ਮੇਰੇ ਸਤਿਗੁਰ ਨਾਮ ਜਪਾਉਂਦੇ ਨੇ, ਮਨ ਜਪਦਾ ਕਿੱਥੇ ਆ। ਮੇਰੇ ਸਤਿਗੁਰ ਨਾਮ ਜਪਾਉਂਦੇ ਨੇ, ਮਨ ਜਪਦਾ ਕਿੱਥੇ ਆ। ਮੇਰੇ ਸਤਿਗੁਰ ਨਾਮ ਜਪਾਉਂਦੇ ਨੇ, ਮਨ ਜਪਦਾ ਕਿੱਥੇ ਆ। ਮੇਰੇ ਸਤਿਗੁਰ ਪਾਪਾਂ ਤੋਂ ਹਟਾਉਂਦੇ ਨੇ, ਮਨ ਹਟਦਾ ਕਿੱਥੇ ਆ। ਸਤਿਗੁਰ ਪਾਪਾਂ ਤੋਂ ਹਟਾਉਂਦੇ ਨੇ, ਮਨ ਹਟਦਾ ਕਿੱਥੇ ਆ। ਮੇਰੇ ਸਤਿਗੁਰ ਨਾਮ ਜਪਾਉਂਦੇ, ਮਨ ਜਪਦਾ ਕਿੱਥੇ ਆ।
ਮੇਰੇ ਸਤਿਗੁਰ ਨਾਮ ਜਪਾਉਂਦੇ ਨੇ ਮਨ ਜਪਦਾ ਕਿੱਥੇ ਆ ਮੇਰੇ ਸਤਿਗੁਰ ਨਾਮ ਜਪਾਉਂਦੇ ਨੇ ਮਨ ਜਪਦਾ ਕਿੱਥੇ ਆ ਮੇਰੇ ਸਤਿਗੁਰ ਨਾਮ ਜਪਾਉਂਦੇ ਨੇ ਮਨ ਜਪਦਾ ਕਿੱਥੇ ਆ ਗੁਰ ਨਾਮ ਜਪਾਉਂਦੇ ਨੇ ਮਨ ਜਪਦਾ ਕਿੱਥੇ ਆ ਮੇਰੇ ਸਤਿਗੁਰ ਨਾਮ ਜਪਾਉਂਦੇ ਨੇ ਮਨ ਜਪਦਾ ਕਿੱਥੇ ਆ ਸਤਿਗੁਰੂ ਜੀ ਕਿਰਪਾ ਕਰਨਗੇ ਭਾਈ ਆਪਾਂ ਮਹਾਰਾਜ ਨੂੰ ਬੇਨਤੀ ਕਰੀ ਆਓ ਦੋ ਲਾਈਨਾਂ ਪੜ੍ਹ ਕੇ ਆਪਾਂ ਨਾਸਾਂ ਦੇ ਜਾਪ ਪੜ੍ਹਦੇ ਹਾਂ ਬਖਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਬਖਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਣਾ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਣਾ ਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਣਾ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਣਾ ਬਖਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਵਾਂ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਵਾਂ ਬਖਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਵਾਂ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਵਾਂ ਬਖਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਵਾਂ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਵਾਂ 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 ਬਖਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਬਖਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਵਾਂ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਵਾਂ ਬਖਸ਼ੋ ਗੁਨਾਹ ਮੇਰੇ ਆਇਆ ਮੈਂ ਸ਼ਰਨ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਵਾਂ ਅੱਜ ਤੋਂ ਮੈਂ ਪਾਪਾਂ ਵਾਲੇ ਰਾਹ ਵੱਲ ਜਾਵਾਂ ਰਾਮ ਕਲੀ ਮਹੱਲਾ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਭਰੀ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਅਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ
ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਬਿਨਾ ਜਿਨ ਭੁੱਖਾ ਸਭ ਗਵਾਈਆਂ ਹਰ ਸ਼ਾਂਤ ਸੁਖ ਮਨ ਐ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਦੀ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਤਿਤ ਕਰੇ ਸੁਭਾਗੇ ਸੁਭਾਗੇ ਸ਼ਬਦ ਬਾਜੇ ਕਰਾਂ ਜਿਤ ਕਰਤਾਰਿਆ ਪੰਜ ਦੂਤ ਤੁਧ ਬਸ ਕੀਤੇ ਕਾਲ ਕੰਟਕ ਮਾਰਿਆ ਗੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ ਐ ਨਾਨਕ ਤੈਸ ਕੋ ਵਾਕਿਤ ਕਰੇ ਅਨੰਦ ਵਾਜੇ ਅਨੰਦ ਸੁਣੋ ਬੜ ਕੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਭੂਖ ਰੋਗ ਸੰਤਾਪ ਉਤਰੇ ਹੁਣੀ ਸੱਚੀ ਬਾਣੀ ਨਾਨਕ ਸਾਜਨ ਮੈਂ ਸਰਸੇ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨੀਤ ਕੇ ਤੇ ਪਵਿੱਤ ਸਤਿਗੁਰ ਰੇ ਆਪਰ ਪੂਰੇ ਸੰਤ ਨਾਨਕ ਗੁਰ ਚਾਰਨ ਲਾਗੇ ਵਾਜੇ ਅਨਵਰ ਨੂੰ ਸੋਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਮ ਹੱਥ ਦਿਵਸ ਰਾਤ ਦੁਇ ਦੋਇ ਦਾਇਆ ਕੀਤਾ ਸਗਲ ਜਾਗ ਚੰਗਿਆਈਆਂ ਬੁਰਿਆਈਆਂ ਆਚਾ ਕਰਮ ਦੂਰ ਧਰਮੀ ਆਪੋ ਆਪਣੀ ਏੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਨ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਨ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੂੰ ਸਾਗਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਮਾਤ ਪਿਤਾ ਹਮ ਭਾਰਤ ਤੇਰੇ ਸਗਲ ਸਮਗਰੀ ਤੁਮ ਰਹਿ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ 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 ਜੀ ਤਿਨੇ ਤਾਪ ਨਿਵਾਰਨ ਹਾਰਾ ਦੁਖ ਹੰਤਾਂ ਸਰਾਸ ਤਾਂ ਕੋ ਵਿਗਨ ਨਾ ਕੋ ਲਾਗੇ ਜਾਂਗੀ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਿਆ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰੂ ਅਮਰਦਾਸ ਰਮਦਾਸ ਸਮਾਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਐ ਸ੍ਰਿਠੇ ਸ਼ਬਦ ਗੁਜਾਏ ਗੁਰੂ ਤੇਗ ਬਹਾਦਰ ਸਿਮਰਿਆ ਕਰਨ ਆਉਂਦੇ ਆਵੇ ਧਾਈ ਸਭ ਥਾਈ ਹੋਏ ਸਾਜ ਸਮੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਜ ਸਭ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚਾਹੋਂ ਸਾਹਿਬਜ਼ਾਦਿਆਂ 40 ਮੁਕਤਿਆਂ ਹਾਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੀਪ ਸੁਣ ਕੇ ਅੰਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਗੋਪਰੀਆਂ ਨਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਦਮ ਚਲਾਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਸੰਗ ਨਿਭਾਈ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾ ਵਿਚਤਾ ਉਨਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਨ ਸ਼ਰੀਰ ਦੇਖ ਤੇ ਫਤਿਹ ਵਿਰਧ ਕੀ ਪੈਜਰੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਭੂਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ
ਸਿੱਖਾਂ ਦਾ ਮਾਨੀ ਮਤ ਉੱਚੀ ਮਤ ਪਾਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰੂ ਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ, ਇਹਨਾਂ ਦੇ ਖੁੱਲੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨਿਮਾਣਿਆਂ ਦੇ ਨਿਮਾਣ ਨੇ ਤਾਣਿਆਂ ਨੇ ਦਾਨ ਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਹਜ਼ੂਰ ਇਸ ਵੇਲੇ ਅਰਦਾਸ ਬੇਨਤੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ ਨਿਉ ਕੀ ਕਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦਿਮਾਗ ਅੱਖ ਅਨੁਸਾਰ ਖੁਸ਼ੀਆਂ ਦੇ ਪ੍ਰਥਾਏ ਆਪ ਜੀ ਦਰ ਕਰਦੇ ਸੇਵਕ ਸਰਦਾਰ ਹਰਜਿੰਦਰ ਸਿੰਘ ਜੀ ਸੂਹ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਤੱਕਦਿਆਂ ਹੋਇਆ ਪਰਸੋਂ ਰੋਜ਼ ਤੋਂ ਲੈ ਕਰਕੇ ਆਪਣੇ ਗ੍ਰਹਿ ਵਿਖੇ ਆਪ ਜੀ ਦੀ ਪਾਵਨ ਬਾਣੀ ਤੁਰਕੀ ਬਾਣੀ ਹੈ ਦਿਨ ਸਗਲੀ ਚਿੰਦ ਮਿਟਾਈ ਜੀਆਂ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਪਣੇ ਗ੍ਰਹਿ ਵਿਖੇ ਆਰੰਭ ਕਰਵਾਏ ਸਨ। ਸੋ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਨੇ ਪਾਤਸ਼ਾਹ ਜੀ ਉਪਰੰਤ ਇਸ ਵੇਲੇ ਆਪ ਜੀ ਦੇ ਦਰਬਾਰਾਂ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਲਯੁਗ ਮੇਂ ਕੀਰਤਨ ਪ੍ਰਧਾਨਾ ਗੁਰੂ ਵਿੱਚ ਕੀ ਵੀ ਲਿਆ ਧਿਆਨ ਦੇ ਮਹਾਂਵਾਕ ਅਨੁਸਾਰ ਆਪ ਜੀ ਦੀ ਪਾਵਨ ਬਾਣੀ ਦੇ ਕੀਰਤਨ ਵਿਚਾਰਾਂ ਹੋਈਆਂ ਨੇ। ਆਪ ਜੀ ਦੇ ਬੱਚਿਆਂ ਕੋਲੋਂ ਕਈ ਰੋਜ਼ ਤੋਂ ਲੈ ਕਰਕੇ ਗੁਰਬਾਣੀ ਦੇ ਜਾਪ ਕਰਦਿਆਂ ਕੋਲੋਂ ਇਸ ਵੇਲੇ ਕੀਰਤਨ ਕਰਦਿਆਂ ਕੋਲੋਂ ਪਰਿਵਾਰ ਵੱਲੋਂ ਸੇਵਾ ਕਰਦਿਆਂ ਕੋਲੋਂ ਹੋਈਆਂ ਭੁੱਲਾਂ ਚੁੱਕਣ ਦੀ ਖਿਮਾ ਕਰਨੀ, ਅੱਗੇ ਬਾਤ ਸ਼ੁੱਧ ਗੁਰਬਾਣੀ ਪੜ੍ਹਨ ਦੇ ਸੇਵਾ ਕਰਨ ਦੇ ਬਲ ਬਖਸ਼ਣੀ, ਪੜ੍ਹੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਦੇ ਵਸਾਉਣਾ, ਕਾਮ ਕ੍ਰੋਧ ਹੰਕਾਰ ਤੋਂ ਬਚਾ ਕੇ ਰੱਖਣਾ, ਇਸੇ ਤਰ੍ਹਾਂ ਆਪਣੇ ਦਰ ਨਾਲ ਜੋੜ ਕੇ ਰੱਖਣਾ, ਦਰੋਂ ਕਰੋ ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਜੀਓ। ਇਸ ਵੇਲੇ ਜੋ ਵੀ ਸੰਗਤਾਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ ਸਰਵ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ, ਦਰੋਂ ਕਰੋ ਗੁਰਸਿੱਖੀ ਜੀਵਨ ਦੀ ਦਾਤ ਸੇਵਾ ਸਿਮਰਨ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਨਗਰ ਖੇਡ ਸੁਖ ਸ਼ਾਂਤੀ ਵਰਤਾਉਣੀ, ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨੇ ਸਤਿਗੁਰੂ ਪਾਤਸ਼ਾਹ ਜੀਓ। ਸੇਵਕ ਪਰਿਵਾਰ ਨੇ ਜਿਨ੍ਹਾਂ ਵੀ ਮਨੋ ਭਾਵਨਾਵਾਂ ਨੂੰ ਮੁੱਖ ਰੱਖਦੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਤੱਕਿਆ ਹੈ, ਸੇਵਕ ਦੇ ਪਰਿਵਾਰ ਦੇ ਮਨ ਦੀਆਂ ਮਨੋ ਭਾਵਨਾ ਪੂਰੀਆਂ ਕਰਨੀਆਂ, ਪਾਤਸ਼ਾਹ ਦੀ ਦੁੱਖਾਂ ਕਲੇਸ਼ਾਂ ਵਿਘਨ ਨਿਰਾਸ਼ ਕਰਨੇ, ਸੁੱਖਾਂ ਦੇ ਪ੍ਰਕਾਸ਼ ਕਰਨੇ, ਚੜ੍ਹਦੀ ਕਲਾ ਹਰੇ ਮੈਦਾਨ ਫਤਿਹ ਕਰਨੀ, ਅੱਗੇ ਤੋਂ ਵੀ ਇਸੇ ਦਿਨ ਪਰਿਵਾਰ ਨੂੰ ਸੇਵਾ ਕਰਨ ਦੇ ਬਲ ਬਖਸ਼ਣੇ, ਦਰੋਂ ਕਰੋਂ ਗੁਰਸਿੱਖੀ ਜੀਵਨ ਦੀ ਦਾਤ ਬਖਸ਼ ਕਰਨੀ, ਪਾਤਸ਼ਾਹ ਦੇ ਇਸੇ ਤਰ੍ਹਾਂ ਆਪਣੇ ਦਰਖਾਂ ਨਾਲ ਜੋੜ ਕੇ ਰੱਖਣਾ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਦੇ ਸੁਪੁੱਤਰ ਕਾਕਾ ਜਸਪ੍ਰੀਤ ਸਿੰਘ ਦੀ ਸੱਚੇ ਪਾਤਸ਼ਾਹ ਅਰਦਾਸਵੀਂ ਦੀਆਂ ਸੰਗਤਾਂ ਵੱਲੋਂ ਜਸਪ੍ਰੀਤ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦੇਹ ਰੋਹ ਤਾਂ ਲੰਬੀਆਂ ਉਮਰ ਬਖਸ਼ ਕਰਨੇ, ਮਾਤਾ ਪਿਤਾ ਦਾ ਆਗਿਆਕਾਰੀ ਬਣਾ ਕੇ ਰੱਖਣਾ, ਕਿਰਪਾ ਕਰਨੀ ਰਹਿਮਤ ਕਰਨੀ ਪਾਤਸ਼ਾਹ ਜੀਓ। ਖੁਸ਼ੀਆਂ ਦੇ ਪ੍ਰਥਾਏ ਪਰਿਵਾਰ ਵੱਲੋਂ ਆਪ ਜੀ ਦੀ ਜੂਰੀ ਅੰਦਰ ਕਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰੀ ਕੀਤੀ, ਕਿਰਪਾ ਗੁਰੂ ਦਰ ਪ੍ਰਵਾਨ ਗੁਰੂ ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਛਕੇ ਆਪ ਜੀ ਦਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਪਾਤਸ਼ਾਹ ਜੀ ਕਿਰਪਾ ਕਰੋ, ਪਰਿਵਾਰ ਵੱਲੋਂ ਜੋ ਵੀ ਸੇਵਾਵਾਂ ਕੀਤੀਆਂ ਗਈਆਂ ਨੇ ਸਭ ਸੇਵਾਵਾਂ ਆਪਣੇ ਦਰ ਤੇ ਪ੍ਰਵਾਨ ਕਰੇ, ਦਰੋਂ ਕਰੋ ਖੁਸ਼ੀਆਂ ਬਖਸ਼ਣੇ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਆਪਣੇ ਦਰਕਾਂ ਨਾਲ ਜੋੜ ਕੇ ਰੱਖਣਾ, ਕਿਰਪਾ ਕਰੋ ਪਵਿੱਤਰ ਹੁਕਮਨਾਮਾ ਸੁਣਾ ਕੇ ਸੰਗਤਾਂ ਨੂੰ ਕਰਤਾਰਤ ਕਰੋ, ਹੁਕਮ ਦੇ ਚਰਨ ਦੀ ਵਾਲ ਬੁੱਧ ਸਮਰੱਥਾ ਬਖਸ਼ਣੀ, ਕਿਰਪਾ ਕਰਨੀ ਸਤਿਗੁਰੂ ਜੀ। 6 ਪੌੜੀਆਂ ਆਨੰਦ ਸਾਹਿਬ ਦੀ ਪਾਠ ਕੀ ਅਰਦਾਸ, ਅੱਖਰਵਾਦ ਘਾੜ ਪੁਲਚਕ ਮਾਫ ਕਰਨੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਵੋਚ ਹੈ, ਰਾਜ ਕਰੇਗਾ ਖਾਲਸਾ ਆਕੀ ਰੇ ਨਾ, ਵਾਰੋਂ ਇਹ ਸਭ ਮਿਲेंगे ਵਜੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰੇ ਉਤਾਰਨ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰੇ ਉਤਾਰਨ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।